कोई आइडिया होवे? देखो बई बैलेंस बैंड की है ते कंडक्शन बैंड की आपां नूं पता नहीं थोड़ा बहुत बैलेंस, चलो बैलेंस शैल की हुंदा पता, एटम दे आले दुआले की हुंदा बैलेंस शैल किहड़ा हुंदा? कुछ जी च की हुंदा बैलेंस आउटरमोस्ट, आउटरमोस्ट ऑर्बिट जी च इलैक्ट्रॉन हुंदे, बैलेंस इलैक्ट्रॉन बोलदे उन्हां नूं। ओके, हुण जे उन्हां दे नंबर वधा दईए बहुत सारे आ जाण तो ही शैल बैंड बन जांदा। मतलब लार्ज नंबर ऑफ एटम्स होण तुहाडे कोल इक्को नेचर दे तो उन्हां दे शैल नूं आपां की बोलदे ने भी बैंड आ। ठीक है, तो वैलेंस बैंड बेसिकली की है बेटा, वैलेंस बैंड बैलेंस इलैक्ट्रॉन्स ऑक्यूपाई करने वाला आउटर मोस्ट है, मतलब बैलेंस इलैक्ट्रॉन जी च हुंदे उहनूं बैलेंस बैंड बोलदे। ठीक है, हाईएस्ट ऑक्यूपाइड एनर्जी बैंड। ठीक है, ऑक्यूपाइड बाय किहदे किहदे वल्लों? ऑक्यूपाइड बाय बैलेंस इलैक्ट्रॉन। सब तो वड्डा, सब तो उच्चा, मतलब आ न्यूक्लियस आए दे आले दुआले गए उपर नूं तां सब तो उच्चा वो एनर्जी लैवल ਜਿਹਦੇ ਵਿੱਚ ਵੈਲੈਂਸ ਇਲੈਕਟ੍ਰੋਨ ਹੁੰਦੇ ਉਹਨੂੰ ਬੋਲਦੇ ਵੈਲੈਂਸ ਲੈਵਲ ਜਾਂ ਵੈਲੈਂਸ ਸ਼ੈਲ। ਤੇ ਜੇ ਇਹ ਸ਼ੈਲਸ ਬਹੁਤ ਜ਼ਿਆਦਾ ਹੋ ਜਾਣ, ਜਿੱਦਾਂ ਰੱਸੀਆਂ ਜੋੜੀ ਚੱਲੀਏ ਤਾਂ ਰੱਸਾ ਬਣ ਜਾਂਦਾ। ਠੀਕ ਆ, ਸ਼ੈਲ ਜੋੜੀ ਚੱਲੀਏ ਤਾਂ ਕੀ ਬਣ ਜਾਂਦਾ? ਬੈਂਡ ਬਣ ਜਾਂਦਾ, ਆਹ ਵਾਲਾ ਬੈਂਡ ਬਣ ਜਾਂਦਾ। ਤਾਂ ਵੈਲੈਂਸ ਬੈਂਡ ਦੇ ਵਿੱਚ ਵੈਲੈਂਸ ਇਲੈਕਟ੍ਰੋਨ ਆ, ਕੰਡਕਸ਼ਨ ਬੈਂਡ 'ਚ ਕੰਡਕਸ਼ਨ ਇਲੈਕਟ੍ਰੋਨ। ਕੰਡਕਸ਼ਨ ਇਲੈਕਟ੍ਰੋਨਸ ਕੀ ਆ ਮੈਂ ਦੱਸ ਦਿੰਦਾ ਮਾੜਾ ਜਿਹਾ ਵੀ ਆਹ ਵੈਲੈਂਸ ਸ਼ੈਲ ਆ, ਆਹ ਕੰਡਕਸ਼ਨ ਸ਼ੈਲ ਆ। ਇਹ ਲੋਐਸਟ ਅਨਫਿਲਡ ਹੁੰਦਾ, ਜਿਹੜਾ ਕੰਡਕਸ਼ਨ ਬੈਂਡ ਆ ਇਹ ਕੀ ਹੁੰਦਾ? ਇਹ ਹੁੰਦਾ ਲੋਐਸਟ, ਸਭ ਤੋਂ ਨੀਚੇ ਵਾਲਾ ਅਨਫਿਲਡ, ਲੋਐਸਟ ਅਨਫਿਲਡ એનર્ਜੀ ਬੈਂਡ ਅਬਵ ਵੈਲੈਂਸ ਬੈਂਡ। ਵੈਲੈਂਸ ਬੈਂਡ ਤੋਂ ਉੱਪਰ ਸਭ ਤੋਂ ਨੀਵਾਂ, ਵੈਲੈਂਸ ਬੈਂਡ ਤੋਂ ਉੱਪਰ ਤੇ ਸਭ ਤੋਂ ਨੀਵਾਂ ਅਨਫਿਲਡ ਖਾਲੀ એનર્ਜੀ ਬੈਂਡ ਜਿਹੜਾ ਉਹਨੂੰ ਬੋਲ ਦਿੰਦੇ ਆ ਕੰਡਕਸ਼ਨ ਬੈਂਡ। ਤੇ ਵੈਲੈਂਸ ਕਿਹੜਾ ਆ? ਇਹ ਹੈਗਾ ਹਾਈਐਸਟ ਫੀਲਡ એનર્ਜੀ ਬੈਂਡ। ਇਹ ਸਭ ਤੋਂ ਉੱਪਰ ਬਾਹਰ ਵਾਲਾ। ਠੀਕ ਆ, ਹਾਈਐਸਟ ਫੀਲਡ એનર્ਜੀ ਬੈਂਡ। ਠੀਕ ਆ, ਲਿਖ ਸਕਦੇ ਆ ਫੀਲਡ ਬਾय ਵੈਲੈਂਸ ਇਲੈਕਟ੍ਰॉन्स, ਫੀਲਡ ਬਾय ਵੈਲੈਂਸ ਇਲੈਕਟ੍ਰॉन्स। ਲਓ ਜੀ, ਇਹਨਾਂ ਦੋਨਾਂ ਦੇ ਵਿਚਕਾਰ ਦੇ ਗੈਪ ਨੂੰ, ਇਹ એનર્ਜੀ ਦਾ ਗੈਪ ਆ। ਕਾਹਦਾ ਗੈਪ ਆ? એનર્ਜੀ ਦਾ ਗੈਪ। ਮਤਲਬ ਇਸ ਇਲੈਕਟ੍ਰੋਨ ਨੇ ਜੇ ਜੰਪ ਕਰਕੇ ਕੰਡਕਸ਼ਨ ਬੈਂਡ 'ਚ ਜਾਣਾ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਜੇ ਇਸ ਇਲੈਕਟ੍ਰੋਨ ਨੇ ਜੰਪ ਕਰਕੇ ਇੱਥੇ ਜਾਣਾ, ਇਹਦਾ ਮਤਲਬ ਉਹ ਫ੍ਰੀ ਹੋ ਗਿਆ, ਉਹ ਕੰਡਕਟਰ ਨੂੰ, ਉਹਨੂੰ ਸ਼ੈਲ ਨੂੰ ਜਿੱਥੇ ਉਹ ਬੰਨਿਆ ਹੋਇਆ ਸੀ ਉਹਨੂੰ ਛੱਡ ਕੇ ਆ ਗਿਆ ਤੇ ਹੁਣ ਉਹ ਫ੍ਰੀ ਹੋ ਗਿਆ ਤੇ ਹੁਣ ਉਹ ਕੰਡਕਸ਼ਨ ਵਾਸਤੇ ਅਵੇਲੇਬਲ ਹੋ ਗਿਆ। ਸਮਝ ਆ ਰਹੀ ਗੱਲ? ਤਾਂ ਜਿਹੜੇ ਨਾਰਮਲ ਕੰਡਕਟਰ ਹੁੰਦੇ ਆ ਉਹਨਾਂ ਦੇ ਵਿੱਚ ਗੈਪ, ਆਹੀ ਫਰਕ ਹੁੰਦਾ ਨਾਰਮਲ ਕੰਡਕਟਰਸ, ਸੈਮੀ ਕੰਡਕਟਰਸ ਤੇ ਇਨਸੂਲੇਟਰ, ਉਹਨਾਂ 'ਚ ਆਹੀ ਜੀ, ਇਹਨੂੰ ਫੋਰਬਿਡਨ એનર્ਜੀ ਗੈਪ ਬੋਲਦੇ। ਈਜੀ ਕੀ ਹੁੰਦਾ? ਇਹ ਹੁੰਦਾ ਫੋਰਬਿਡਨ એનર્ਜੀ ਗੈਪ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਇੱਕ ਡਾਇਗਰਾਮ ਦੇ ਵਿੱਚ ਆਪਾਂ ਤਿੰਨ ਚੀਜ਼ਾਂ ਪੜ੍ਹ ਲਈਆਂ, ਵੈਲੈਂਸ ਬੈਂਡ, ਕੰਡਕਸ਼ਨ ਬੈਂਡ ਐਂਡ ਫੋਰਬਿਡਨ એનર્ਜੀ ਗੈਪ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਹੁਣ ਜਿਹੜੇ ਕੰਡਕਟਰ ਹੁੰਦੇ, ਐਰੋ ਲਾ ਕੇ ਲਿਖੀ ਚੱਲਾਂਗੇ, ਜਿਹੜੇ ਤਾਂ ਹੁੰਦੇ ਕੰਡਕਟਰਸ। ਕੰਡਕਟਰਸ ਕੌਣ ਆ? ਕੰਡਕਟਰਸ ਮੈਟਲਸ ਹੋ ਗਏ ਜਾਂ ਕੋਈ ਹੋਰ ਵੀ ਹੋ ਸਕਦੇ, ਜ਼ਰੂਰੀ ਨਹੀਂ ਮੈਟਲ ਹੀ ਹੋਣ। ਠੀਕ ਹੈ, ਜਿਹੜੇ ਕੰਡਕਸ਼ਨ ਕਰਦੇ ਆ। ਕੰਡਕਟਰਸ ਦੇ ਵਾਸਤੇ ਜਿਹੜੀ ਈਜੀ ਦੀ ਵੈਲਿਊ ਹੁੰਦੀ ਆ, ਜਾਂ ਤਾਂ ਹੁੰਦੀ 0, ਠੀਕ ਆ, ਈਜੀ ਇਜ਼ ਇਕੁਅਲ ਟੂ 0 ਹੁੰਦੀ ਨਹੀਂ, ਮਤਲਬ ਆ ਫੋਰਬਿਡਨ એનર્ਜੀ ਗੈਪ ਹੁੰਦਾ ਹੀ ਨਹੀਂ, ਓਵਰਲੈਪਿੰਗ ਹੋਈ ਹੁੰਦੀ ਆ। ਔਰ ਜਾਂ ਈਜੀ ਦੀ ਵੈਲਿਊ ਜਿਹੜੀ ਹੁੰਦੀ ਆ ਉਹ 1 ਇਲੈਕਟ੍ਰੋਨ ਵੋਲਟ ਤੋਂ ਘੱਟ ਹੁੰਦੀ ਆ। ਪੁਆਇੰਟ 1 ਹੀ ਲਾ ਕੇ ਚੱਲੋ। ਠੀਕ ਆ, ਬਹੁਤ ਥੋੜੀ ਹੁੰਦੀ ਆ, ਵੈਰੀ ਸਮਾਲ। ਈਜੀ is less than 1.1 नहीं करो, 0.1 इलेक्ट्रॉन। मतलब कहने का ये भी ये ना मात्र आ। ठीक है, होवे ना होवे, कई बार तो गैप हुंदा ते कई बार बाला ही घट हुंदा।
एक कई बार तो बाला बाला घट होंदा, फॉरबिडन एनर्जी गैप बाला थोड़ा। हाँ जी, समझ आ रहा सारे नूं कि नहीं आ रहा? तो सिंपल जी चीज आ, ਜਿਹੜੇ ਹੁੰਦੇ ਆ इंसूलेटर्स, ये ध्यान रखने वाली गल्लां, होर कुछ नहीं। रबड़ हो गया, लकड़ होगी, प्लास्टिक हो गया। इंसूलेटर्स का फॉरबिडन एनर्जी गैप जिहड़ा आ EG, वो ग्रेटर दैन 3 इलैक्ट्रॉन वोल्ट हुंदा, 3 इलैक्ट्रॉन वोल्ट तो ज्यादा, ग्रेटर दैन 3 इलैक्ट्रॉन वोल्ट। समझ आ रही? 0.1 आ, इहदे 1 ना लिख लो इहनूं। ते जिहड़े सैमी कंडक्टर हुंदे अद्धे कंडक्टर हुंदे आ, अद्धे कंडक्टर का मतलब देखो, जिहड़े ते कंडक्टर आ उन्हां कोल ते फ्री इलैक्ट्रॉन उही अवेलेबल आ। आह वाले इलैक्ट्रॉन जो गैप ही बड़ा घट आ, इलैक्ट्रॉन आराम नाल इधर आ जांदे आ, ठीक आ। मतलब कहण दा इह भी ये टाइटली बाउंड नहीं हुंदे इलैक्ट्रॉन, और ईजली अवेलेबल हुंदे आ, बड़ी आसानी नाल जाके कंडक्शन वास्ते अवेलेबल हो जांदे, भी लओ जी सानूं वरत ते करंट चला दिंदे। इंसूलेटर का गैप ही इन्ना ज्यादा हुंदा भी इलैक्ट्रॉन जिन्नी मर्जी एनर्जी दे दी जांदा ही नहीं, जा ही नहीं हुंदा। हुण तुहानूं कहां भी छाल मारो छत ते चढ़ो, तुसीं कहोगे नहीं जी मैं तो चढ़ नहीं हुंदा, ठीक है। वो हिसाब किताब आ भी गैप ही बहुत ज्यादा, छोटी मोटी छाल मारनी होवे टेबल तक तो बंदा जोर ला भी लेंदा भी चल कोई गल, भी एक तो नॉर्मल पौड़ी चढ़ना, एक मैं कह नहीं एडी उच्ची पौड़ी आ तो बंदा दौड़ लाउंदा माड़ा जिहा जंप जा करके चढ़ भी जांदा, एक हुंदा मैं कहां छत ते चढ़ नहीं चढ़ हुंदा, ਉਹੀ ਹਿਸਾਬ ਕਿਤਾਬ ਇੱਥੇ ਆ। ਜਿਹੜੇ ਤੇ ਹੈਗੇ ਕੰਡਕਟਰ, ਇਹਨਾਂ ਦੇ ਵਿੱਚ ਤਾਂ ਗੈਪ ਹੈ ਹੀ ਨਹੀਂ, ਇਲੈਕਟ੍ਰੋਨ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਕੰਡਕਸ਼ਨ ਬੈਂਡ 'ਚ ਚਲਿਆ ਗਿਆ ਔਰ ਅਵੇਲੇਬਲ ਹੋ ਗਿਆ। ਜਿਹੜੇ ਹੈਗੇ ਇੰਸੂਲੇਟਰ, ਇਹਨਾਂ 'ਚ ਗੈਪ ਹੁੰਦਾ ਹੀ ਇੰਨਾ ਜ਼ਿਆਦਾ ਵੀ ਆਹ ਵਾਲੇ ਇਲੈਕਟ੍ਰੋਨ ਉੱਪਰ ਜਾ ਹੀ ਨਹੀਂ ਸਕਦੇ, ਜੇ ਜਾਂਦੇ ਨਹੀਂ ਕੰਡਕਸ਼ਨ ਨਹੀਂ ਹੁੰਦੀ, ਕੰਡਕਸ਼ਨ ਨਹੀਂ ਹੁੰਦੀ ਤਾਂ ਕੰਡਕਟਰ ਹੋ ਨਹੀਂ ਸਕਦੇ, ਤਾਂ ਇੰਸੂਲੇਟਰਸ। ਤੀਸਰੇ ਕੀ ਆ? ਸੈਮੀ ਕੰਡਕਟਰਸ, ਅੱਧੇ ਕੰਡਕਟਰ, ਉਹ ਇਹਦੇ ਵਿਚਾਲੇ ਵਾਲਾ ਮੇਲ ਆਪੇ ਜਾਂਦੇ ਨਹੀਂ, ਗੈਪ ਇੰਨਾ ਹੁੰਦਾ ਵੀ ਆਪੇ ਤੇ ਜੰਪ ਕਰ ਨਹੀਂ ਹੁੰਦਾ, ਪਰ ਜਦੋਂ ਥੋੜੀ ਜੀ એનર્ਜੀ ਦੇ ਦਈਏ ਤਾਂ ਉਹਨਾਂ ਕੋਲ ਇੰਨੀ ਸਫੀਸ਼ੀਐਂਟ એનર્ਜੀ ਹੋ ਜਾਂਦੀ ਵੀ ਉਹ ਜੰਪ ਕਰਕੇ ਪਰੇ ਚਲੇ ਜਾਂਦੇ। ਫॉर एग्जांपल ਆ ਟੇਬਲ ਤੇ ਮੈਂ ਜੰਪ ਕਰਨਾ ਤਾਂ ਇੱਕ ਤਾਂ ਮੈਂ ਖੜਾ ਖੜਾ ਜੰਪ ਕਰਾਂ, ਇੱਕ ਮੇਰੇ ਕੋਲ ਨਹੀਂ ਜੰਪ ਕਰ ਹੁੰਦਾ ਵੀ ਖੜੇ ਖੜੇ ਤੇ ਹਾਈਟ ਜ਼ਿਆਦੀ, ਫਿਰ ਮੈਂ ਪਿੱਛੋਂ ਭੱਜ ਕੇ ਆਉਂਗਾ, ਭੱਜ ਕੇ ਆ ਕੇ ਫਿਰ ਮੈਂ ਜੰਪ ਕਰ ਦੂੰ, ਫਿਰ ਮੇਰੇ ਤੋਂ ਕਰ ਹੋ ਜੂ, ਯਾਨੀ ਕਿ ਮੈਂ ਇੰਨੀ એનર્ਜੀ ਲੈ ਕੇ ਆਇਆ ਕਿ ਮੈਂ ਤੇ ਜੰਪ ਕਰ ਸਕਿਆ। ਫੋਲੋ ਕਰ ਰਹੇ? ਤਾਂ ਜਿਹੜੇ ਸੈਮੀ ਕੰਡਕਟਰ ਹੁੰਦੇ ਉਹਨਾਂ ਕੋਲੇ ਆਪਦੇ ਕੋਲੇ ਤਾਂ એનર્ਜੀ ਨਹੀਂ ਹੁੰਦੀ, 0 ਕੈਲਵਿਨ ਤੇ ਸੈਮੀ ਕੰਡਕਟਰ ਇੰਸੂਲੇਟਰ ਹੁੰਦੇ ਆ, ਲਿਖ ਲਓ ਸੈਮੀ ਕੰਡਕਟਰਸ ਫॉर ਸੈਮੀ ਕੰਡਕਟਰਸ। ਸੈਮੀ ਕੰਡਕਟਰਸ ਦੀ ਸਟੋਰੀ ਲਿਖਾਂਗੇ ਫॉर ਸੈਮੀ ਕੰਡਕਟਰਸ। ਕੀ ਲਿਖਾਂਗੇ? ਐਰੋ ਲਾ ਕੇ ਨਿੱਕੇ ਨਿੱਕੇ ਗੱਲਾਂ ਲਿਖੀਏ, these are insulators at 0 Kelvin, these are insulators at 0 Kelvin। ਇਹ 0 Kelvin ਤੇ इंसुलेटर ਹੁੰਦੇ ਆ, मतलब कंडक्टर नहीं ਹੁੰਦੇ, पर ਜਦੋਂ ਇਹਨਾਂ ਦਾ ਟੈਂਪਰੇਚਰ 0 Kelvin ਆ, डिग्री सेल्सियस ਨਹੀਂਗਾ, पर ਜਦੋਂ ਇਹਨਾਂ ਦਾ ਟੈਂਪਰੇਚਰ ਵਧਾਉਨੇ ਆ ਤਾਂ ਕੀ ਹੁੰਦਾ? ਇਹ ਮੂਵ ਕਰ ਜਾਂਦੇ, ਕਿਉਂ? ਕਿਉਂਕਿ ਇਹਨਾਂ ਦਾ ਫॉरबिडन एनर्जी गैप ਆ ਜਿਹੜਾ EG, ਉਹ ਤੇ 3 ਇਲੈਕਟ੍ਰੋਨ ਵੋਲਟ ਤੋਂ ਤਾਂ ਘੱਟ ਹੁੰਦਾ, ਪਰ 0.1 ਇਲੈਕਟ੍ਰੋਨ ਵੋਲਟ ਤੋਂ ਜ਼ਿਆਦਾ ਹੁੰਦਾ। ਕੰਡਕਟਰ ਵਾਲੇ ਤੋਂ ਜ਼ਿਆਦਾ ਹੁੰਦਾ, ਇੰਸੂਲੇਟਰ ਵਾਲੇ ਤੋਂ ਘੱਟ ਹੁੰਦਾ। ਇੰਸੂਲੇਟਰ ਦਾ ਹੁਣੇ ਲਿਖਵਾਇਆ ਸੀ ਵੀ 3 ਇਲੈਕਟ੍ਰੋਨ ਵੋਲਟ ਤੋਂ ਜ਼ਿਆਦਾ ਗੈਪ ਆ, ਇਲੈਕਟ੍ਰੋਨ ਤੋਂ ਜੰਪ ਨਹੀਂ ਕਰ ਹੁੰਦਾ। ਹੁਣ ਇਹ ਵਿਚਾਲੇ ਵਾਲੇ ਆ ਗਏ, 0.1 ਤੋਂ ਤਾਂ ਜ਼ਿਆਦਾ ਹੈਗਾ, 3 ਤੋਂ ਘੱਟ ਆ। ਤਾਂ ਦੱਸੋ ਇਲੈਕਟ੍ਰੋਨ ਆਪੇ ਜੰਪ ਤਾਂ ਨਹੀਂ ਕਰਦਾ ਹਨਾ, ਇਲੈਕਟ੍ਰੋਨ ਆਪੇ ਜੰਪ ਤਾਂ ਨਹੀਂ ਕਰਦਾ, ਪਰ ਇਲੈਕਟ੍ਰੋਨ ਨੂੰ ਜੇ એનર્ਜੀ ਦਈਏ ਫਿਰ ਉਹ ਜੰਪ ਕਰ ਜਾਊਗਾ, ਜੇ ਇਲੈਕਟ੍ਰੋਨ ਨੂੰ એનર્ਜੀ ਦਈਏ ਫਿਰ ਉਹ ਜੰਪ ਕਰ ਜਾਊਗਾ, ਠੀਕ ਆ। ਤਾਂ ਥਰਮਲ ਐਜੀਟੇਸ਼ਨ ਦਿੱਤੀ, ਕਿਸੇ ਨਾ ਕਿਸੇ ਤਰੀਕੇ ਨਾਲ ਹੀਟ ਦਿੱਤੀ, ਤਾਂ ਜਿਹੜੇ ਵੈਲੈਂਸ ਇਲੈਕਟ੍ਰੋਨਸ ਆ ਉਹਨਾਂ ਨੂੰ ਇੰਨੀ ਕੁ એનર્ਜੀ ਮਿਲ ਜਾਂਦੀ ਵੀ ਉਹ ਛਾਲ ਮਾਰ ਕੇ ਚੱਲ ਜਾਂਦੇ, ਆਪੇ ਨਹੀਂ ਜਾਂਦੇ, ਆਪੇ ਤੋਂ ਬੈਠੇ ਆ, એનર્ਜੀ ਦੇ ਜਾਂਦੇ ਆ, ਯਾਨੀ ਕਿ ਕੰਡਕਟਿਵਿਟੀ ਵਧਾ ਦਿੰਦੇ ਆ। ਟੈਂਪਰੇਚਰ ਵਧਾਇਆ, ਸੈਮੀ ਕੰਡਕਟਰ ਦੀ ਕੰਡਕਟਿਵਿਟੀ ਵੱਧਦੀ ਆ ਤੇ ਕੰਡਕਟਰ ਦੀ ਕੰਡਕਟਿਵਿਟੀ ਘਟਦੀ ਆ, ਰੈਜ਼ਿਸਟੈਂਸ ਵੱਧਦੀ ਆ। ਸੈਕੰਡ ਚੈਪਟਰ 'ਚ ਜਾਓ, ਠੀਕ ਆ। ਇਹ ਮਿਕਸ ਨਾ ਕਰ ਲਿਓ, ਤਾਂ ਲਿਖ ਦਿਓ ਇਹ ਗੱਲ, ਐਜ਼ temperature increases, valence electrons
gain energy and jumps to conduction band as temperature increases, ਜਿੱਦਾਂ ਜਿੱਦਾਂ temperature ਵੱਧਦਾ valence electrons gain energy, valence electron energy gain ਕਰਦੇ ਆ and jumps to conduction band, ਠੀਕ ਆ। so conductivity increases, therefore conductivity increases। ਹੁਣ ਆਹ ਸਵਾਲ ਪੇਪਰ ਚ ਆਉਂਦਾ ਵੀ ਟੈਂਪਰੇਚਰ ਵਧਾਇਆ ਸੈਮੀਕੰਡਕਟਰ ਦੀ ਕੰਡਕਟਿਵਿਟੀ increases decreases no effect, ਇਦਾਂ ਦਾ ਕੁਝ ਆਊਗਾ ਤਾਂ ਤੁਸੀਂ ਸਮਝ ਸਕਦੇ ਹੋ ਵੀ ਕੀ ਆਨਸਰ ਹੋਣਾ। ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਬੇਟੇ? ਸਮਝ ਆ ਰਹੀ ਆ? ਜਿਹੜੀ ਕੰਡਕਟਿਵਿਟੀ ਆ ਉਹ ਵੱਧਦੀ ਆ ਘਟਦੀ ਆ? ਵੱਧਦੀ ਆ, ਠੀਕ ਆ। ਕੰਡਕਟਿਵਿਟੀ as temperature increases valence electrons gain energy and jumps to conduction band, so conductivity increase। ਕੰਡਕਟਿਵਿਟੀ ਵੱਧਦੀ, ਰੈਜ਼ਿਸਟਿਵਿਟੀ ਘਟਦੀ ਹੈ। ਕਿਹਦੀ? ਸੈਮੀਕੰਡਕਟਰ ਦੀ। ਮੈਟਲ ਇਹਦਾ ਪੁੱਠਾ ਹੈ, ਮੈਟਲ ਦੀ ਰੈਜ਼ਿਸਟੈਂਸ ਵੱਧਦੀ ਤੇ ਕੰਡਕਟੈਂਸ ਜਾਂ ਕੰਡਕਟਿਵਿਟੀ ਘੱਟ। ਧਿਆਨ ਰੱਖੋ, ਇਹ ਸੈਮੀਕੰਡਕਟਰ ਦੀ ਸਟੋਰੀ ਸੀ। ਫੋਰਬਿਡਨ એનર્ਜੀ ਗੈਪ ਵਿਚਾਲੇ ਵਾਲਾ ਹੁੰਦਾ, ਠੀਕ ਹੈ। ਗੈਪ ਨਾ ਹੀ ਜ਼ਿਆਦਾ ਹੁੰਦਾ ਨਾ ਹੀ ਘੱਟ ਹੁੰਦਾ, ਵਿਚਾਲੇ ਜਿਹੜਾ ਹੁੰਦਾ। ਡਾਇਰੈਕਟ ਜੰਪ ਹੁੰਦਾ ਨਹੀਂ, ਇਲੈਕਟ੍ਰੋਨਸ ਤੋਂ એનર્ਜੀ ਲੈ ਕੇ ਜੰਪ ਕਰਦੇ। ਲਓ ਜੀ, ਇਹ ਸਾਰੀ ਸਟੋਰੀ ਸਮਝ ਆ ਗਈ ਤੁਹਾਡੇ। ਇੱਕ ਨਾ ਜਿਹੜਾ ਸੈਮੀਕੰਡਕਟਰ ਆ, ਇਹਦੇ ਵਿੱਚ ਜਿਹੜੀ ਅਗਲਾ ਪੁਆਇੰਟ ਲਿਖ ਲਓ ਨਿੱਕਾ ਜਿਹਾ। ਜਿਹੜੇ ਸੈਮੀਕੰਡਕਟਰ ਹੁੰਦੇ ਆ, ਜ਼ਿਆਦਾ ਪਪੂਲਰ ਸੈਮੀਕੰਡਕਟਰ ਜਿਹੜੇ ਪਿਓਰ ਸੈਮੀਕੰਡਕਟਰ ਆ, ਪਿਓਰ, ਉਹ ਹੈਗੇ ਆ ਕਿਹੜੇ ਕਿਹੜੇ? ਜਰਮੇਨੀਅਮ ਤੇ ਸਿਲੀਕਨ। ਹਜੇ ਮੈਂ ਡੋਪ ਤੇ ਗਿਆ ਨਹੀਂ। ਸਿਲੀਕਨ ਤੇ ਜਰਮੇਨੀਅਮ ਦੋਨਾਂ ਦੀ ਜਿਹੜੀ ਫੋਰਬਿਡਨ એનર્ਜੀ ਗੈਪ ਦੀ ਵੈਲਿਊ ਲਿਖ ਲਓ। ਫॉर ਪਿਓਰ ਸੈਮੀਕੰਡਕਟਰਸ, ਫॉर ਪਿਓਰ ਸੈਮੀਕੰਡਕਟਰਸ ਜਰਮੇਨੀਅਮ, ਜਿਹੜਾ ਜਰਮੇਨੀਅਮ ਹੁੰਦਾ GE, ਜਰਮੇਨੀਅਮ ਦੀ ਫੋਰਬਿਡਨ એનર્ਜੀ ਗੈਪ ਦੀ ਵੈਲਿਊ ਆ 0.7 ਇਲੈਕਟ੍ਰੋਨ ਵੋਲਟ। ਤੇ ਜਿਹੜਾ ਸਿਲੀਕਨ ਆ, ਇਹਦੀ ਵੈਲਿਊ ਹੈਗੀ ਆ ਇਹਦੀ ਵੈਲਿਊ ਹੈਗੀ 1.1 ਇਲੈਕਟ੍ਰੋਨ ਵੋਲਟ। ਬੇਟਾ ਇਹ ਮੈਂ ਫੋਰਬਿਡਨ એનર્ਜੀ ਗੈਪ ਦੀ ਵੈਲਿਊ ਦੱਸ ਰਿਹਾ, ਇਹ ਮੈਂ ਬੈਰੀਅਰ ਵੋਲਟੇਜ ਨਹੀਂ ਦੱਸ ਰਿਹਾ। ਮਿਕਸ ਨਾ ਕਰ ਦਿਓ ਇਹਨੂੰ, ਬੈਰੀਅਰ ਵੋਲਟੇਜ ਅੱਗੇ ਆਊਗੀ। ਇਹ ਮੇਰੇ ਕੋਲੇ ਪਿਓਰ ਸੈਮੀਕੰਡਕਟਰ ਦੀ ਵੈਲਿਊ ਕਾਦੀ ਹੈ ਬੇਟਾ? ਫੋਰਬਿਡਨ એનર્ਜੀ ਗੈਪ ਦੀ ਵੈਲਿਊ ਆ। ਫੋਰਬਿਡਨ એનર્ਜੀ ਗੈਪ ਦੀ। ਚੱਲਾਂਗੇ। ਲਓ ਜੀ, ਪਿਓਰ ਸੈਮੀਕੰਡਕਟਰ ਛੋਟਾ ਜਿਹਾ ਇੱਕ ਡਰਾ ਕਰ ਲੈਂਦੇ। ਪਿਓਰ ਸੈਮੀਕੰਡਕਟਰ ਦੀ ਸਟਰਕਚਰ ਛੋਟੀ ਜਿਹੀ ਡਰਾ ਕਰ ਦੇਣਾ, ਸਮਝ ਲਿਓ ਵੀ ਕੀ ਹੁੰਦੀ ਹੈ ਸਟਰਕਚਰ ਪਿਓਰ ਸੈਮੀਕੰਡਕਟਰ ਦੀ। ਪਿਓਰ ਸੈਮੀਕੰਡਕਟਰ ਭਾਵੇਂ ਸਿਲੀਕਨ ਡਰਾ ਕਰ ਲਓ, ਭਾਵੇਂ ਜਰਮੇਨੀਅਮ ਡਰਾ ਕਰ ਲਓ। ਪਿਓਰ ਸੈਮੀਕੰਡਕਟਰ ਦੇ ਵੈਲੈਂਸ ਸ਼ੈਲ ਇਹ 14th, ਪਹਿਲੀ ਗੱਲ ਤੇ ਵੀ 14th ਗਰੁੱਪ ਦੇ ਹੁੰਦੇ, 14ਵੇਂ ਗਰੁੱਪ ਦੇ। ਤੁਹਾਡੀ ਜਿਹੜੀ ਪੀਰੀਓਡਿਕ ਟੇਬਲ ਆ ਉਹ 14th ਗਰੁੱਪ ਦੇ ਹੁੰਦੇ ਸੈਮੀਕੰਡਕਟਰ, ਠੀਕ ਆ। ਸਿਲੀਕਨ ਤੇ ਜਰਮੇਨੀਅਮ ਦੇ ਵਿੱਚ 4-4 ਵੈਲੈਂਸ ਇਲੈਕਟ੍ਰੋਨ ਹੁੰਦੇ। ਤਾਂ ਫਿਰ ਇਹ ਕੀ ਕਰਦੇ ਆ? ਇਹ 4 ਤਾਂ ਆਪਦੇ ਤੇ 4 ਆਪਦੇ ਗਵਾਂਢੀਆਂ ਤੋਂ ਲੈ ਕੇ 8 ਨਾਲ ਆਪਦਾ ਆਕਟੇਟ ਪੂਰਾ ਕਰਦੇ ਆ ਤੇ ਕੋਵੈਲੈਂਟ ਬੌਂਡ 4 ਬਣਾਉਂਦੇ ਆ, ਡਬਲ ਬੌਂਡ, ਠੀਕ ਆ ਨਾ ਬੇਟਾ। ਤਾਂ ਪਿਓਰ ਸੈਮੀਕੰਡਕਟਰ ਦੀ ਸਟਰਕਚਰ ਮਾੜੀ ਜੀ ਤੁਸੀਂ ਦੇਖ ਲਓ, ਬਾਹਲਾ ਜ਼ਿਆਦਾ ਖਲਾਰਾ ਨਹੀਂ ਪਾਉਣਾ ਆਪਾਂ। ਆ ਸਾਡੇ ਕੋਲੇ ਪਿਓਰ ਸੈਮੀਕੰਡਕਟਰ। ਕੈਮਿਸਟਰੀ ਵੀ ਪੜ੍ਹੀ ਹੋਈ ਤੁਸੀਂ, ਹੈ ਨਾ? ਪੜ੍ਹੀ ਹੈ ਨਾ? ਆ ਮੈਂ 9 ਸਿਲੀਕਨ ਬਣਾਤੇ। ਸਿਲੀਕਨ ਠੀਕ ਆ। ਆ ਸਿਲੀਕਨ ਆ, ਇੱਕ ਸਿਲੀਕਨ ਕੋਲੇ ਕਿੰਨੇ ਵੈਲੈਂਸ ਇਲੈਕਟ੍ਰੋਨ ਹੁੰਦੇ ਪੁੱਤਰੋ? 4 ਹੁੰਦੇ ਆ। ਸਿਲੀਕਨ ਕੋਲੇ ਵੀ 4 ਹੁੰਦੇ, ਜਰਮੇਨੀਅਮ ਕੋਲੇ ਵੀ 4 ਹੁੰਦੇ ਆ। ਇੱਕ ਸਿਲੀਕਨ ਕੋਲੇ 4 ਵੈਲੈਂਸ ਇਲੈਕਟ੍ਰੋਨ ਹੁੰਦੇ ਆ। ਤਾਂ ਇਹ ਆਪਦੇ 4 ਨੂੰ ਇੱਕ ਇਹਦੇ ਨਾਲ ਸ਼ੇਅਰ ਕਰਦਾ ਤੇ ਇੱਥੇ ਕੋਵੈਲੈਂਟ ਬੌਂਡ ਬਣਾ ਲੈਂਦਾ। ਇੱਕ ਇਹਦਾ ਤੇ ਇੱਕ ਇਹਦਾ, ਹੁਣ ਤਾਂ ਦੋਨਾਂ ਦੇ ਮੰਨੇ ਗਏ। ਏਦਾਂ ਹੀ ਇੱਥੇ ਹੋਇਆ ਤਾਂ ਕੋਵੈਲੈਂਟ ਬੌਂਡ ਬਣ ਗਿਆ, ਏਦਾਂ ਇੱਧਰ ਹੋ ਗਿਆ ਕੋਵੈਲੈਂਟ ਬੌਂਡ ਬਣ ਗਿਆ,
ਏਦਾਂ ही इधर हो गया, कोवलेंट बॉन्ड बन गया। इसी तरीके नाल ये कोवलेंट बॉन्ड जिहड़े हैगे वो बनते रहंदे आ। आ देखो ये सारे कोवलेंट बॉन्ड बने। हुण ਇਹਦਾ मतलब ये नहीं भी इत्थे खत्म हो गया, ये तो इन्होंने आपस च बनाए, इन्हें इन्हां तिन्नां नाल बना लए, चौथा किधर इधर बनना। ठीक है, ਇਹਦਾ चौथा इधरले पासे इधर भी बनू, ये भी इधर बनाऊंगा, एक नीचे ਨੂੰ ਬਣਾਊਗਾ, ਇਹ ਗਾਹ ਦੀ ਗਾਹ ਚੱਲੀ ਜਾਣਗੇ, ਆਪਾਂ ਨੂੰ ਇੰਨੇ ਬਹੁਤ ਆ। ਹੁਣ ਇੱਥੋਂ ਹੋਲ ਦਾ ਕਨਸੈਪਟ ਨਿਕਲਦਾ, ਕਾਹਦਾ ਕਨਸੈਪਟ ਨਿਕਲਦਾ ਬੇਟਾ? ਹੋਲ ਦਾ। ਇਹ ਕੋਵਲੈਂਟ ਬੌਂਡ ਆ, ਇਹ ਪਿਓਰ ਸੈਮੀਕੰਡਕਟਰ ਸਿਲੀਕਨ ਆ। ਜਦੋਂ ਅਸੀਂ ਥੋੜੀ ਜੀ ਹੀਟ ਦਿੰਦੇ ਨਾ ਇਹਨਾਂ ਨੂੰ, ਤਾਂ ਇਲੈਕਟ੍ਰੋਨਸ ਜਿਹੜੇ ਆ ਉਹ ਇਹਨਾਂ ਕੋਵਲੈਂਟ ਬੌਂਡਸ ਨੂੰ ਛੱਡ ਕੇ ਬਾਹਰ ਆ ਜਾਂਦੇ ਆ। ਸਾਰੇ ਨਹੀਂ ਆਉਂਦੇ ਮੈਂ ਬੋਲਦਾ, ਪਰ ਕੁਛ ਤਾਂ ਬਾਹਰ ਆ ਜਾਂਦੇ ਆ। ਜਿੰਨੇ ਇਲੈਕਟ੍ਰੋਨ ਇਹਦੇ ਵਿੱਚੋਂ ਬਾਹਰ ਨਿਕਲ ਆਏ, ਜਿੰਨੇ ਇਲੈਕਟ੍ਰੋਨਸ ਇਹਦੇ ਵਿੱਚੋਂ ਬਾਹਰ ਨਿਕਲ ਆਏ, ਉੱਥੇ ਉੱਥੇ ਵੈਕੈਂਸੀ ਕ੍ਰੀਏਟ ਹੋ ਗਈ, ਖਾਲੀ ਥਾਂ ਬਣ ਗਿਆ। ਉਸ ਖਾਲੀ ਜਗ੍ਹਾ ਨੂੰ ਬੋਲਦੇ ਹੋਲ। ਕੀ ਬੋਲਦੇ ਆ? ਹੋਲ। ਮੈਂ ਹੀਟ ਦਿੱਤੀ, ਥਰਮਲ ਐਜੀਟੇਸ਼ਨ ਦਿੱਤੀ, ਤਾਂ ਜਿਹੜਾ ਸਿਲੀਕਨ ਆ ਇਹਦੇ ਵਿੱਚੋਂ ਥਾਂ ਥਾਂ ਤੋਂ ਅਲੱਗ-ਅਲੱਗ ਥਾਵਾਂ ਤੋਂ ਆਪਾਂ ਕੋਈ ਕਿਤੇ ਵੀ ਕੱਢ ਸਕਦੇ ਹਾਂ। ਮੰਨ ਲਓ ਮੈਂ ਬੋਲਿਆ ਵੀ ਆ ਜਾਏਗਾ, ਇੱਥੇ ਇੱਕ ਖਾਲੀ ਥਾਂ ਬਣ ਗਿਆ, ਔਰ ਇੱਥੋਂ ਵਾਲਾ ਇਲੈਕਟ੍ਰੋਨ ਜਿਹੜਾ ਉਹ ਬਾਹਰ ਆ ਗਿਆ, ਇਹ ਫ੍ਰੀ ਹੋ ਗਿਆ, ਫ੍ਰੀ ਇਲੈਕਟ੍ਰੋਨ। ਇਹ ਕੰਡਕਸ਼ਨ ਵਾਸਤੇ ਅਵੇਲੇਬਲ ਹੋ ਗਿਆ, ਜਿੱਦਾਂ ਹੁਣੀ ਗੱਲ ਕਰੀ ਸੀ ਤੁਹਾਡੇ ਨਾਲ, ਹੀਟ ਦਿੱਤੀ ਤੇ ਇਲੈਕਟ੍ਰੋਨ ਕੰਡਕਸ਼ਨ ਵਾਸਤੇ ਅਵੇਲੇਬਲ ਹੋ ਗਿਆ। ਤਾਂ ਇਹਨੇ ਆਪਦੇ ਪਿੱਛੇ ਜਿਹੜਾ ਖਾਲੀ ਥਾਂ ਛੱਡਿਆ ਉਹਨੂੰ ਕੀ ਬੋਲਦੇ ਆ? ਇਹਨੂੰ ਬੋਲਦੇ ਆ ਹੋਲ। ਆ ਹੋਲ ਬਣਿਆ, ਖਾਲੀ ਵੈਕੈਂਸੀ ਨੂੰ ਕੀ ਬੋਲਦੇ ਆ? ਹੋਲ। ਤਾਂ ਜੇ ਇਲੈਕਟ੍ਰੋਨ ਨੈਗੇਟਿਵ ਚਾਰਜ ਕੈਰੀ ਕਰਦਾ ਤਾਂ ਹੋਲ ਕਿਹੜਾ ਚਾਰਜ ਕੈਰੀ ਕਰਦਾ? ਫਿਰ ਪੋਜ਼ਿਟਿਵ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਜੇ ਇਲੈਕਟ੍ਰੋਨ ਨੈਗੇਟਿਵ ਚਾਰਜ ਕੈਰੀ ਕਰਦਾ ਤਾਂ ਹੋਲ ਪੋਜ਼ਿਟਿਵ ਚਾਰਜ ਕੈਰੀ ਕਰਦਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਈ। ਹੋਲ ਪੋਜ਼ਿਟਿਵ ਚਾਰਜ ਕੈਰੀ ਕਰਦਾ। ਓਕੇ, ਤਾਂ ਕੰਸੈਪਟ ਆਫ ਹੋਲ ਮਾੜਾ ਜਿਹਾ ਲਿਖ ਲਓ। ਕੰਸੈਪਟ ਆਫ होल किया, फर्स्ट पॉइंट लिख लो, it is a vacancy, hole is a vacancy created due to, hole is a vacancy created in covalent bond, hole is a vacancy created in covalent bond, hole is a vacancy created in covalent bond due to removal of electrons, due to removal of electrons, ਇਲੈਕਟ੍ਰੋਨਸ ਦੇ ਰਿਮੂਵਲ ਦੇ ਕਰਕੇ, ਇਲੈਕਟ੍ਰੋਨਸ ਨੂੰ ਵਿੱਚੋਂ ਬਾਹਰ ਕੱਢਣ ਦੇ ਕਰਕੇ ਜਿਹੜੀ ਖਾਲੀ ਥਾਂ ਕੋਵਲੈਂਟ ਬੌਂਡ ਚ ਬਣ। ਹੋਲ ਇਜ਼ ਅ ਵੈਕੈਂਸੀ ਕ੍ਰੀਏਟਡ ਡਿਊ ਟੂ ਰਿਮੂਵਲ ਆਫ ਇਲੈਕਟ੍ਰੋਨਸ ਫਰਮ ਕੋਵਲੈਂਟ ਬੌਂਡ। ਓਕੇ, ਸਮਝ ਆ ਗਿਆ ਕਿ ਨਹੀਂ ਹੈ? ਇਹ ਕੋਵਲੈਂਟ, ਇਹ ਹੋਲ ਦਾ ਕੰਸੈਪਟ ਆ। ਅੱਗੇ ਨਿੱਕੀ ਜੀ ਗੱਲ ਹੋਰ ਲਿਖ ਲਿਓ, ਐਰੋ ਪੁਆਇੰਟ ਬਣਾ ਲਓ 2। It acts as a positive charge carrier and its charge is plus E. एक positive charge carrier है, होल केड़ा charge carrier है? Positive. It is a positive charge carrier and its charge is plus E. Positive दा E charge है ਇਹਦੇ ਕੋਲੇ, its charge is plus E, positive E. ਇਹ ਵੀ ਯਾਦ ਹੋ ਗਿਆ? ਇਲੈਕਟ੍ਰੋਨਸ ਤੋਂ ਇਹਦੀ ਮੋਬਿਲਿਟੀ ਘੱਟ ਹੁੰਦੀ ਆ। ਮੋਬਿਲਿਟੀ ਸਮਝਾਉਣਾ ਮੈਂ ਕੀ ਹੁੰਦਾ। ਮੋਬਿਲਿਟੀ ਬੇਸਿਕਲੀ ਹੁੰਦੀ ਡ੍ਰਿਫਟ ਵੈਲੋਸਿਟੀ ਅਕਵਾਇਰਡ ਪਰ ਯੂਨਿਟ ਇਲੈਕਟ੍ਰਿਕ ਫੀਲਡ। ਪੰਜਾਬੀ ਚ ਕਹੀਏ ਤਾਂ ਭੱਜਣਾ। ਇਲੈਕਟ੍ਰੋਨਸ ਦੇ ਕੰਪੈਰੀਟਿਵਲੀ ਹੋਲ ਹੌਲੀ ਭੱਜਦੇ ਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹ ਮੂਵ ਕਰਦੇ ਆ, ਇਹ ਆਪੇ ਨਹੀਂ ਮੂਵ ਕਰਦੇ, ਐਕਚੁਅਲੀ ਤੇ ਡਿਪੈਂਡ ਹੁੰਦੇ ਆ। ਕਾਹਦੇ ਤੇ? ਇਲੈਕਟ੍ਰੋਨਸ ਤੇ। ਇਹ ਆਪ ਤਾਂ ਹੁਣ ਏਦਾਂ ਹੈ ਨਹੀਂ ਵੀ ਹੋਲ ਭੱਜ ਕੇ ਇੱਥੇ ਚੱਲ ਜੂਗਾ, ਇਲੈਕਟ੍ਰੋਨ ਜਾ ਸਕਦਾ। ਤਾਂ ਜੇ ਇਧਰੋਂ ਇਲੈਕਟ੍ਰੋਨ ਕੋਈ ਜੰਪ ਕਰਕੇ ਇਹਨੂੰ ਭਰ ਦੇਵੇ, ਆ ਖਾਲੀ ਹੋ ਗਿਆ, ਹੋਲ ਪਰੇ ਨੂੰ ਚਲਾ ਗਿਆ, ਇਦਾਂ ਜਾ ਸਕਦਾ। ਇਲੈਕਟ੍ਰੋਨ ਆਪ ਵੀ ਫਿਰ ਸਕਦੇ ਆਪਦੀ ਮਰਜ਼ੀ ਨਾਲ, ਪਰ ਹੋਲ ਆਪਦੀ ਮਰਜ਼ੀ ਨਾਲ ਨਹੀਂ ਘੁੰਮ ਸਕਦਾ। ਹੋਲ ਡਿਪੈਂਡ ਆ ਇਲੈਕਟ੍ਰੋਨਸ ਦੇ ਮੋਸ਼ਨ ਤੇ। ਤਾਂ ਕਰਕੇ ਅਸੀਂ ਬੋਲ ਦਿੰਦੇ ਆ ਕਿ ਮੋਬਿਲਿਟੀ ਘੱਟ ਆ, ਲਿਖ ਦਿਓ ਮੋਬਿਲਿਟੀ ਆਫ ਹੋਲਸ is lesser than that of electrons. Mobility of holes is
lesser than that of electrons. फॉलो कर रहे हैं? एक लिख लियो, ਜਿਹੜੇ ਹੋਲ ਹੁੰਦੇ ਆ ਉਹਨਾਂ ਦਾ ਇਫੈਕਟਿਵ ਮਾਸ ਗ੍ਰੇਟਰ ਦੈਨ ਇਲੈਕਟ੍ਰੋਨ ਹੁੰਦਾ, ਲਿਖ ਦਿਓ। ਇਫੈਕਟਿਵ ਮਾਸ ਆਫ ਹੋਲਸ ਇਜ਼ greater than that of electrons. ਹੋਲ ਦਾ ਇਲੈਕਟ੍ਰਿਕ ਇਫੈਕਟਿਵ ਮਾਸ ਇਲੈਕਟ੍ਰੋਨ ਤੋਂ ਜ਼ਿਆਦਾ ਹੁੰਦਾ। एक्चुअली च थोड़ी जी कॉन्ट्रावर्शियल है थोड़ा जिहा, क्योंकि एक बुक वाला इदां लिख रहा तो दूसरी बुक वाला कह रहा रिमूव द इलेक्ट्रॉन। मैनू इस पॉइंट नूं मैनू डिस्कस करना पैना, ठीक है। ये पॉइंट नूं एक बार तुसीं गोला ला लिओ, इहनूं मैं कल ही दोबारा दसूंगा तुहानूं, कितों होर सर्च मारांगे। बस ठीक है, कोई बड़ा लंबी चौड़ी स्टोरी है नहीं ये चोर। पॉजिटिव चार्ज हुंदा, ठीक है। आ जाओ, क्योंकि कुछ तो कह रहे हैं भी मास इहदे बराबर हुंदा इलैक्ट्रॉन्स दे, ये कह रहे हैं भी इफेक्टिव मास इहदा ज्यादा हुंदा। इफेक्टिव मास ज्यादा इस पे हो सकदा भी इहदी मूवमेंट दे करके। हाँ जी, इस तो बाद नवी चीज पेश करांगे। ये प्योर सैमीकंडक्टर सी और मैनू पूरी उम्मीद है तुहानूं समझ आ गया। इस तो बाद हैगी है डोपिंग। इस तो बाद की आ डोपिंग, डोपिंग दा प्रोसैस। डोपिंग पढ़ी सारे ने, केमिस्ट्री भी पढ़ी होनी कि नहीं पढ़ी? डोपिंग की हुंदी आ? मिक्सचर ऐड करता विच। डोपिंग दा मतलब है भी इहदे विच आपां कुछ ना कुछ मिक्स करिया, कोई इंप्योरिटी मिक्स करती, इंप्योरिटी ऐड कर। इंप्योरिटी काहदे वास्ते ऐड की? पहली गल तां ये भी किसी पॉजिटिव काम वास्ते ही इंप्योरिटी ऐड करनी, नैगेटिव काम वास्ते मतलब आपां जदों कोई खर्चा करना तां आपां किसी चंगे काम लई करांगे। तां इहदे विच जे इंप्योरिटी भी ऐड करनी है, इंप्योरिटी नूं ऐ ना समझिओ भी वो इंप्योरिटी कोई अलग चीज़ आ। इंप्योरिटी इहदी कंडक्टिविटी वधाउण वास्ते आ। ये घट माड़ा कंडक्टर, ਉਹੀ ਗੱਲ भी ये ਕੰਮ ਲਈ ਬੰਦਾ ਆ, ठीक है। ਉਹਨੂੰ ਅਮਲ ਖਵਾ ਦਿੰਦੇ ਕੁਛ ਨਾ ਕੁਛ, ਕਾਹਦੇ ਵਾਸਤੇ? ਤਾਂ ਕਿ ਉਹ ਕੰਮ ਜ਼ਿਆਦਾ ਕਰੇ। ਤਾਂ ਉਹੀ ਕੰਮ ਇਹਦਾ ਹੈ ਵੀ ਇਹ ਉਹ ਕੰਮ ਠੀਕ ਠਾਕ ਜਿਹਾ ਕਰਦਾ, ਇਲੈਕਟ੍ਰੋਨ ਥੋੜੇ ਆ ਨਾ ਇਹਦੇ ਕੋਲੇ, ਪਰ ਜੇ ਇਹਦੇ ਵਿੱਚ ਇੰਪਿਓਰਿਟੀ ਮਿਲਾ ਦਈਏ ਥੋੜੀ ਜੀ, ਇਹਦੀ ਕੰਡਕਟਿਵਿਟੀ ਚ ਫ੍ਰੀ ਇਲੈਕਟ੍ਰੋਨ ਜਾਂ ਹੋਲ ਵੱਧ ਜਾਂਦੇ, ਚਾਰਜ ਕੈਰੀਅਰ ਜਦੋਂ ਵੱਧ ਜਾਂਦੇ ਆ, ਠੀਕ ਆ, ਤਾਂ ਉਹ ਕੰਡਕਟਰ ਵਧੀਆ ਬਣ ਜਾਊਗਾ। ਤਾਂ ਕਰਕੇ ਮੈਂ ਬੋਲ ਦਿੰਦਾ ਵੀ ਜਿਹੜੀ ਡੋਪਿੰਗ ਆ, ठीक है, वो करें ਇਹਦੀ कंडक्टिविटी इंक्रीज करती है। लिख दो, डोपिंग इज द प्रोसेस ऑफ एडिंग impurity। डोपिंग लिखो, डोपिंग की चीज, डोपिंग इज a process of adding impurity to pure semiconductor। डोपिंग is a process of adding impurity to pure semiconductor to increase its conductivity। Doping is a process of adding impurity to pure semiconductor to increase its conductivity। Conductivity ਵਧਾਉਣ ਵਾਸਤੇ, to increase its conductivity। conductivity ਵਧਾਉਣ ਵਾਸਤੇ ਮੈਂ ਡੋਪਿੰਗ ਕਰਦਾ ਪੁੱਤਰ, to increase its conductivity। ਹਾਂਜੀ, ਫੋਲੋ ਕਰੀਏ, to increase its conductivity। ਡੋਪਿੰਗ ਦੋ ਤਰ੍ਹਾਂ ਦੀ ਆ। ਕਿੰਨੇ ਤਰ੍ਹਾਂ ਦੀ ਡੋਪਿੰਗ ਆ? ਦੋ ਤਰ੍ਹਾਂ ਦੀ, ਯਾਨੀ ਕਿ ਡੋਪੈਂਟ ਦੋ ਤਰ੍ਹਾਂ ਦੇ ਨਾਲ ਮਿਕਸਿੰਗ ਹੋ ਜਾਂਦੀ ਹੈ। ਇੱਕ ਪੈਂਟਾਵੈਲੈਂਟ ਤੇ ਇੱਕ ਟ੍ਰਾਈਵੈਲੈਂਟ, ਉਹਦੇ ਨਾਲ ਦੋ ਤਰ੍ਹਾਂ ਦੇ ਸੈਮੀਕੰਡਕਟਰ ਬਣਦੇ, ਇੱਕ ਐਨ ਟਾਈਪ ਤੇ ਦੂਜੇ ਪੀ ਟਾਈਪ। ਐਸ ਟਾਈਪ ਨੇ, ਇੱਕ ਐਨ ਟਾਈਪ, ਇੱਕ ਪੀ ਟਾਈਪ। ਐਨ ਫॉर ਨੈਗੇਟਿਵ, ਪੀ ਫॉर ਪੋਜ਼ਿਟਿਵ, ਯਾਦ ਰੱਖੋ। ਓਕੇ, ਤਾਂ ਡੋਪਿੰਗ ਦਾ ਰਿਜ਼ਲਟ ਕੀ ਹੁੰਦਾ? ਲਿਖ ਦਿਓ, there are two types of impurities। There are two types of impurities। ਕਿਹੜੀਆਂ? ਨੰਬਰ ਫਸਟ, pentavalent impurities। ਪੈਂਟਾਵੈਲੈਂਟ ਕਿਹੜੀਆਂ ਹੁੰਦੀਆਂ ਬੇਟਾ? ਪੈਂਟਾਵੈਲੈਂਟ, ਇਹਨਾਂ ਨੂੰ ਡੋਪੈਂਟ ਵੀ ਬੋਲਦੇ ਆ ਇੰਪਿਓਰਿਟੀਜ਼ ਨੂੰ, ਜਿਨ੍ਹਾਂ ਕੋਲੇ 5 ਵੈਲੈਂਸ ਇਲੈਕਟ੍ਰੋਨ ਹੁੰਦੇ ਆ। ਕਿੰਨੇ ਵੈਲੈਂਸ ਇਲੈਕਟ੍ਰੋਨ ਹੁੰਦੇ ਆ ਪੈਂਟਾਵੈਲੈਂਟ ਕੋਲੇ? ਇਹਨਾਂ ਕੋਲੇ 5 ਵੈਲੈਂਸ ਇਲੈਕਟ੍ਰੋਨ ਹੁੰਦੇ ਆ, 5 ਵੈਲੈਂਸ ਇਲੈਕਟ੍ਰੋਨਸ। ਇਹ 15th ਗਰੁੱਪ ਦੀਆਂ ਹੁੰਦੀਆਂ,
ਕਿੰਨਵੇਂ ਗਰੁੱਪ ਦੇ ਆ? 15ਵੇਂ ਗਰੁੱਪ ਦੇ। ਔਰ ਇਹ ਕਿਹੜੇ ਕਿਹੜੇ ਹੁੰਦੇ ਆ? ਆਰਸੈਨਿਕ, ਐਂਟੀਮਨੀ, ਬਿਸਮਥ ਐਟਸੈਟਰਾ। 15th ਗਰੁੱਪ ਦੇ ਵਿੱਚ ਆ ਇਹ ਸਾਰੇ। ਇਹ ਪੈਂਟਾਵੈਲੈਂਟ ਇੰਪਿਉਰਿਟੀਜ਼ ਆ। ਓਕੇ, 5 ਵੈਲੈਂਸ ਇਲੈਕਟ੍ਰॉन्स ਵਾਲੀਆਂ ਇੰਪਿਉਰਿਟੀਜ਼। ਫਿਰ ਸੈਕੰਡ ਪਾਇਓ ਟ੍ਰਾਈਵੈਲੈਂਟ। ਟ੍ਰਾਈਵੈਲੈਂਟ ਇੰਪਿਉਰਿਟੀਜ਼, ਟ੍ਰਾਈਵੈਲੈਂਟ ਇੰਪਿਉਰਿਟੀਜ਼ ਕਿੰਨੀਆਂ ਹੁੰਦੀਆਂ? ਟ੍ਰਾਈਵੈਲੈਂਟ ਇੰਪਿਉਰਿਟੀਜ਼ ਬੇਟਾ ਇਹਨਾਂ ਕੋਲੇ 3 ਵੈਲੈਂਸ ਇਲੈਕਟ੍ਰੋਨ ਹੁੰਦੇ ਆ। ਕਿੰਨੇ ਹੁੰਦੇ ਆ ਬੇਟਾ? 3 ਵੈਲੈਂਸ ਇਲੈਕਟ੍ਰੋਨ, 3 ਵੈਲੈਂਸ ਇਲੈਕਟ੍ਰੋਨ ਹੁੰਦੇ ਇੱਕ ਕੋਲੇ। ਕਿੰਨਵੇਂ ਗਰੁੱਪ ਦੀਆਂ ਹੁੰਦੀਆਂ? 13th ਗਰੁੱਪ, 15ਵਾਂ ਗਰੁੱਪ। ਓਕੇ, ਤੇ ਹੁੰਦੀਆਂ ਕਿਹੜੀਆਂ ਕਿਹੜੀਆਂ? ਇਹ ਹੁੰਦੀਆਂ ਇੰਡੀਅਮ, ਗੈਲੀਅਮ ਐਟਸੈਟਰਾ। 13ਵੇਂ ਗਰੁੱਪ ਦੇ ਵਿੱਚ, 13th ਗਰੁੱਪ ਚ। ਯਾਦ ਹੋ ਗਿਆ? ਇੰਡੀਅਮ ਹੋ ਗਿਆ, ਗੈਲੀਅਮ ਹੋ ਗਿਆ, ਇਹ ਵਾਲੀਆਂ ਸਾਰੀਆਂ। ਪੈਂਟਾਵੈਲੈਂਟ ਇੰਪਿਉਰਿਟੀਜ਼ ਤੇ ਟ੍ਰਾਈਵੈਲੈਂਟ ਇੰਪਿਉਰਿਟੀਜ਼। ਯਾਦ ਹੋ ਗਿਆ? ਕਿਸੇ ਨੂੰ ਕੋਈ ਸ਼ੱਕ? ਹੁਣ ਆਪਾਂ ਜਦੋਂ ਪੈਂਟਾਵੈਲੈਂਟ ਮਿਲਾਵਾਂਗੇ ਇਹਦੇ ਚ ਤਾਂ ਐਨ ਟਾਈਪ ਬਣ ਜਾਊਗਾ, ਜਦੋਂ ਟ੍ਰਾਈਵੈਲੈਂਟ ਮਿਲਾਵਾਂਗੇ ਤਾਂ ਪੀ ਟਾਈਪ ਬਣ। ਤਾਂ ਅਗਲਾ ਟੌਪਿਕ ਲਿਖਿਓ ਐਕਸਟ੍ਰਿੰਸਿਕ ਸੈਮੀਕੰਡਕਟਰਸ। ਐਕਸਟ੍ਰਿੰਸਿਕ, ਅਗਲਾ ਟੌਪਿਕ ਲਿਖਿਓ extrinsic semiconductors। extrinsic, extrinsic semiconductors। ਸ਼ਾਰਟ ਚ ਚੱਲਾਂਗੇ, ਵੈਸੇ ਕੈਮਿਸਟਰੀ ਚ ਵੀ ਸੇਮ ਚੀਜ਼ਾਂ ਪੜ੍ਹੀਆਂ ਤੁਸੀਂ। ਐਕਸਟ੍ਰਿੰਸਿਕ ਉਹ ਹੁੰਦੇ ਆ ਜਿਹੜੇ ਇੰਪਿਉਰਿਟੀ ਐਡ ਕਰੇ ਤੋਂ ਬਾਅਦ ਬਣਦੇ ਆ। ਠੀਕ ਆ, ਸੈਮੀਕੰਡਕਟਰਸ those are available after doping, ਜਿਹੜੇ ਕਿ ਡੋਪਿੰਗ ਤੋਂ ਬਾਅਦ ਸਾਨੂੰ ਅਵੇਲੇਬਲ ਹੁੰਦੇ ਆ। ਠੀਕ ਹੈ ਨਾ, ਡੋਪਿੰਗ ਤੱਕ ਤਾਂ ਕੁਝ ਨਹੀਂ ਸੀ, ਡੋਪਿੰਗ ਤੱਕ ਤਾਂ ਪਿਓਰ ਆ। ਜੋ ਡੋਪਿੰਗ ਕਰਤੀ ਤਾਂ ਉਹ ਕੀ ਹੋ ਗਏ? ਇੰਪਿਓਰ ਹੋ ਗਏ। ਇੰਪਿਓਰ ਸੈਮੀਕੰਡਕਟਰਸ, ਮਿਕਸ ਸੈਮੀਕੰਡਕਟਰ, ਡੋਪਡ ਸੈਮੀਕੰਡਕਟਰਸ। ਇਹਨਾਂ ਨੂੰ ਕੀ ਬੋਲਦੇ ਨੇ ਅਸੀਂ? ਡੋਪਡ। ਏਦਾਂ ਹੀ ਯਾਦ ਕਰ ਰਹੇ ਹੋ, ਡੋਪਡ ਸੈਮੀਕੰਡਕਟਰਸ। ਤਾਂ ਡੋਪਡ ਸੈਮੀਕੰਡਕਟਰ ਹੁੰਦੇ ਆ, ਇਹ ਕਿੰਨੇ ਤਰ੍ਹਾਂ ਦੇ ਆ? 2 ਤਰ੍ਹਾਂ ਦੇ। ਕਿੰਨੇ ਟਾਈਪ ਦੇ ਬੇਟਾ? We have 2 types of doped semiconductors। ਪਹਿਲੇ ਹੈਗੇ n type। ਪਹਿਲੇ ਕਿਹੜੇ ਆ? n type। ਦੂਜੇ ਕਿਹੜੇ ਆ? p type semiconductors। ਇੱਕ n type ਹੋ ਗਏ ਤੇ ਦੂਸਰੇ p type। n type ਕਿੱਦਾਂ ਮਿਲਦੇ ਆ? ਕਿੱਦਾਂ ਮਿਲਦੇ ਆ? by adding ਕਿਹੜੀ ਇੰਪਿਉਰਿਟੀ? pentavalent। by adding pentavalent impurity। pentavalent impurity atoms ਨੂੰ ਐਡ ਕਰ, ਮਤਲਬ 5 ਵੈਲੈਂਸ ਇਲੈਕਟ੍ਰੋਨ ਵਾਲੀ ਇੰਪਿਉਰਿਟੀ ਇਹ ਚ ਮਿਕਸ ਕਰ, ਉਦੋਂ n ਟਾਈਪ ਬਣ ਗਏ। ਠੀਕ ਆ, ਧਿਆਨ ਨਾਲ ਸੁਣਿਓ, ਡਾਇਗਰਾਮ ਮੇਰੇ ਕੋਲ ਬਣਿਆ ਹੋਇਆ, ਮੈਂ ਕੁਝ ਨਹੀਂ ਕਰਦਾ। ਪਿਓਰ ਸੈਮੀਕੰਡਕਟਰ ਮੇਰੇ ਕੋਲੇ ਪਿਆ, ਥੋੜੇ ਬਹੁਤੇ ਹੋਲ ਇਲੈਕਟ੍ਰੋਨ ਹੈਗੇ ਆ। ਅੱਛਾ, ਜਿੰਨੇ ਹੋਲ ਆ ਉਨੇ ਇਲੈਕਟ੍ਰੋਨ। ਪਿਓਰ ਸੈਮੀਕੰਡਕਟਰ ਚ ਜਿੰਨੇ ਹੋਲ ਸੀ ਬਰਾਬਰ ਦੇ ਇਲੈਕਟ੍ਰੋਨ ਸੀ ਨਾ। ਆ ਜਾਓ, ਹੁਣ ਕੀ ਹੋਇਆ, ਜਦੋਂ ਮੈਂ ਪੈਂਟਾਵੈਲੈਂਟ ਇੰਪਿਉਰਿਟੀ ਚ ਐਡ ਕਰਤੀ ਤਾਂ ਇੰਪਿਉਰਿਟੀ ਦੇ ਐਟਮ ਜਿਹੜੇ ਹੋਣਗੇ, ਫੋਰ ਐਗਜ਼ਾਮਪਲ ਕਿਹੜੇ ਕਿਹੜੇ? ਆਰਸੈਨਿਕ ਜਾਂ ਐਂਟੀਮਨੀ Sb। ਮੈਂ ਆਰਸੈਨਿਕ ਐਡ ਕਰਤਾ ਥੋੜਾ ਜਿਹਾ, ਜਿੱਦਾਂ ਮੰਨ ਲਓ ਸਬਜ਼ੀ ਚ ਲੂਣ ਪਾਈਦਾ, ਆਪਾਂ ਥੋੜਾ ਜਿਹੀ ਅਮਾਉਂਟ ਆਰਸੈਨਿਕ ਦੀ ਸੈੱਟਤੀ, ਤਾਂ ਇਹ ਕੀ ਕਰੂਗਾ? ਉਹ ਸਾਰੇ ਆਰਸੈਨਿਕ ਸਿਲੀਕਨ ਨੂੰ ਰਿਪਲੇਸ ਕਰਨ ਲੱਗ ਜਾਣਗੇ, ਉਹਨੂੰ ਥਾਂ ਮਲਣ ਲੱਗ ਜਾਣਗੇ, ਜਗ੍ਹਾ ਮਲਣ ਲੱਗ ਜਾਣਗੇ। ਜਦੋਂ ਆਰਸੈਨਿਕ ਇੱਥੇ ਆਇਆ, ਆਰਸੈਨਿਕ ਨੇ ਦੀ ਥਾਂ ਲੈ ਲਈ, ਵਿਚਾਲੇ ਚੱਕਿਆ। ਸਾਈਡਾਂ ਤੋਂ ਵੀ ਚੱਕ ਸਕਦਾ, ਕਿਤੋਂ ਵੀ, ਕੋਈ ਦਿੱਕਤ ਨਹੀਂ। ਮੰਨ ਲਓ ਇਹਨੂੰ ਰਿਪਲੇਸ ਕਰਤਾ ਆਰਸੈਨਿਕ ਨੇ, ਤਾਂ ਮੈਂ ਇੱਥੇ ਲਿਖਤਾ ਆਰਸੈਨਿਕ। ਹੁਣ ਆਰਸੈਨਿਕ ਕੋਲੇ ਦੇਖੋ, ਸਿਲੀਕਨ ਕੋਲ 4 ਸੀ, ਇਹਦੇ ਕੋਲ ਕਿੰਨੇ? ਇਹਦੇ ਕੋਲ ਪੈਂਟਾਵੈਲੈਂਟ ਆ, 5 ਵੈਲੈਂਸ ਇਲੈਕਟ੍ਰੋਨਸ। ਤਾਂ ਇੱਕ ਇੱਥੇ ਆ ਗਿਆ, ਇੱਥੇ ਆ ਗਿਆ, ਇੱਥੇ ਆ ਗਿਆ, ਇੱਥੇ ਆ ਗਿਆ, ਪੰਜਵਾਂ ਕਿੱਥੇ ਗਿਆ? ਪੰਜਵਾਂ ਵਿਹਲਾ ਰਹਿ ਗਿਆ। 5 ਵੈਲੈਂਸ ਇਲੈਕਟ੍ਰੋਨ ਸੀ, ਉਹਨਾਂ ਚੋਂ 4 ਤਾਂ ਵਰਤ ਲਏ, ਪੰਜਵਾਂ ਫ੍ਰੀ ਹੋ ਗਿਆ। ਆਰਸੈਨਿਕ ਦਾ 5ਵਾਂ ਇਲੈਕਟ੍ਰੋਨ ਉਹਦੇ ਕੰਮ ਨਹੀਂ ਹੈ, ਉਹ ਫ੍ਰੀ ਹੋ ਗਿਆ। ਇੱਕ ਆਰਸੈਨਿਕ ਐਟਮ ਨਾਲ ਇੱਕ ਇਲੈਕਟ੍ਰੋਨ ਜਨਰੇਟ ਹੋ ਗਿਆ, ਤੇ ਜੇ ਮੰਨ ਲਓ ਥੋੜੀ ਜਿਹੀ ਮਾੜੇ ਜਿਹੀ ਵੀ ਪਾਈਏ, ਥੋੜੀ ਜਿਹੀ ਕੁਆਂਟੀਟੀ ਚ, ਤਾਂ ਲੱਖਾਂ ਇਲੈਕਟ੍ਰੋਨ ਜਨਰੇਟ ਹੋ ਜਾਣਗੇ।
दसो कंडक्टिविटी वध गई कि नहीं वध गई। पंजवां इलैक्ट्रॉन जिहड़ा आ, दिस इज फ्री इलैक्ट्रॉन, दिस इज फिफ्थ, ये किनवा इलैक्ट्रॉन है, फिफ्थ इलैक्ट्रॉन, एंड इट इज फ्री। हुण मैनूं एक गल दसो, एक मिलाया एक इलैक्ट्रॉन आ गया, ठीक है, मतलब ये हो गया भी जे मैं बहुत सारी अमाउंट च इंप्योरिटी ऐड करदा तो लखां इलैक्ट्रॉन जिहड़े हैगे वो जनरेट हो जाणगे। तो दसो एन टाइप च मेजर चार्ज कैरियर कौन होए? इलैक्ट्रॉन ही होए। प्योर सैमीकंडक्टर च जिन्ने इलैक्ट्रॉन सी उन्ने होल सी, बराबर बराबर सी। इत्थे इदां इत्थे मेजर चार्ज कैरियर कौन है? इत्थे हैगे मेजर चार्ज कैरियर्स आर इलैक्ट्रॉन्स। एन टाइप च मेजर चार्ज कैरियर इलैक्ट्रॉन्स आ किहड़े आ? एन टाइप दे विच मेजर चार्ज कैरियर्स इलैक्ट्रॉन्स आ। ते माइनर किहड़े आ बच्चे? माइनर चार्ज कैरियर होल्स आ। माइनर चार्ज कैरियर्स ये हैगे होल। मेजर चार्ज कैरियर इलैक्ट्रॉन्स आ बेटा, ते माइनर चार्ज कैरियर होल्स आ। मेजर इलैक्ट्रॉन आ, माइनर होल्स आ। हो गया यार? मेजर चार्ज कैरियर्स इलैक्ट्रॉन आ, माइनर चार्ज कैरियर्स होल आ। कहानी क्लियर? समझ भी आ गया? चलो कंटिन्यू करिए। इस तो बाद जी अगली स्टोरी आ वो इह च की आ कि इह ना फॉरबिडन एनर्जी गैप होंदा, इलैक्ट्रॉन ज्यादा हो गए। ध्यान नाल सुणियो गल, इह च एक चीज हुंदी उहनूं बोलदे फर्मी लैवल। की बोलदे आ? फर्मी लैवल। आ वैलेंस बैंड आ ते आ कंडक्शन बैंड आ। ਤਾਂ ਫਰਮੀ ਵੈਲੈਂਸ ਬੈਂਡ ਚ ਇਲੈਕਟ੍ਰੋਨ ਬਾਹਲੇ ਜ਼ਿਆਦਾ ਹੋ ਗਏ, ਕਿਉਂਕਿ ਆ ਵੀ ਤੇ ਇੱਥੇ ਹੀ ਆਉਣੇ, ਕਿਤੇ ਜਾਣਗੇ। ਪਰ ਕਈ ਜਿਹੜੇ ਜ਼ਿਆਦਾ એનર્ਜੀ ਵਾਲੇ ਹੁੰਦੇ ਆ ਉਹ ਜੰਪ ਹਾਈਟ ਤੱਕ ਕਰਦੇ, ਇੱਥੋਂ ਤੱਕ ਨਹੀਂ ਜਾਂਦੇ ਆਪੇ, ਪਰ ਇੱਕ ਹਾਈਟ ਤੱਕ ਜੰਪ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਹਾਈਟ ਜਿਹੜੀ ਆ ਉਹ ਕੰਡਕਸ਼ਨ ਬੈਂਡ ਦੇ ਜਮਾਂ ਥੱਲੇ ਤੱਕ ਹੁੰਦੀ ਹੈ। ਤਾਂ ਇਹ ਇੱਥੇ ਇੱਕ ਖਾਸ ਇਹਨੂੰ ਬੋਲਦੇ ਆ, ਇਹਨੂੰ ਬੋਲ ਦਿੰਦੇ ਆ ਡੋਨਰ ਲੈਵਲ। ਕੀ ਬੋਲ ਦਿੰਦੇ ਇਹਨੂੰ? ਡੋਨਰ ਲੈਵਲ ਜਾਂ ਫਰਮੀ ਲੈਵਲ। ਇਹਦਾ ਨਾਮ ਕੀ ਹੈ ਬੇਟਾ? ਇਹਨੂੰ ਡੋਨਰ ਲੈਵਲ ਵੀ ਕਹਿ ਦਿੰਦੇ ਆ ਤੇ ਇਹਨੂੰ ਫਰਮੀ ਲੈਵਲ ਵੀ ਕਹਿ ਦਿੰਦੇ ਆ। ਫਰਮੀ ਲੈਵਲ ਕੰਡਕਸ਼ਨ ਬੈਂਡ ਦੇ ਜਸਟ ਥੱਲੇ ਲਾਈ ਕਰਦਾ। ਫਰਮੀ ਲੈਵਲ ਕੰਡਕਸ਼ਨ ਬੈਂਡ ਦੇ ਜਸਟ ਨਾਲ ਲਾਈ ਕਰਦਾ। ਕਿਹਦੇ ਵਿੱਚ? ਐਨ ਟਾਈਪ ਦੇ ਵਿੱਚ। ਫਰਮੀ ਲੈਵਲ ਲਾਈਜ਼ ਐਨ ਟਾਈਪ ਚ ਕੀ ਆ? ਫਰਮੀ ਲੈਵਲ ਲਾਈਜ਼ ਜਸਟ ਬਿਲੋ ਦ ਕੰਡਕਸ਼ਨ ਬੈਂਡ CB। ਕੰਡਕਸ਼ਨ ਬੈਂਡ ਦੇ ਜਮਾ ਥੱਲੇ ਲਾਈ ਕਰ ਇਹਦੇ ਨਾਲ, ਕਿਉਂਕਿ ਇਲੈਕਟ੍ਰੋਨ ਵਾਲੇ ਹੋ ਗਏ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਹੁਣ ਆਪਾਂ P ਟਾਈਪ ਤੇ ਚੱਲਦੇ ਹਾਂ। N ਟਾਈਪ ਮੇਰਾ ਕਲੀਅਰ ਹੋ ਗਿਆ। N ਟਾਈਪ ਚ ਮੈਂ ਮੋਟੇ-ਮੋਟੀਆਂ ਜਿਹੀਆਂ ਗੱਲਾਂ ਸਾਰੀਆਂ ਲਿਖਤੀਆਂ ਵੀ ਕਿੱਥੇ ਕਿੱਥੇ ਕੀ ਆ, ਕੌਣ ਜ਼ਿਆਦੇ ਕੌਣ ਘੱਟ। ਇਲੈਕਟ੍ਰੋਨ ਜ਼ਿਆਦੇ ਆ ਵੀ ਹੋਲ ਘੱਟ ਆ, ਤਾਂ ਮੇਜਰ ਚਾਰਜ ਕੈਰੀਅਰ ਨੈਗੇਟਿਵ ਹੈ ਇਲੈਕਟ੍ਰੋਨਸ। ਆ ਪੰਜਵਾਂ ਇਲੈਕਟ੍ਰੋਨ ਜਿਹੜਾ ਫ੍ਰੀ ਹੋ ਗਿਆ, ਤਾਂ ਜਿੰਨੇ ਵੀ ਆਰਸੈਨਿਕ ਐਟਮ ਹੋਣਗੇ ਬਾਹਲੇ ਜ਼ਿਆਦਾ ਇਲੈਕਟ੍ਰੋਨ ਬਣ ਜਾਣਗੇ। ਸਟੋਰੀ ਸਮਝ ਆ ਗਈ? ਕਿਉਂ ਬਈ? ਸਟੋਰੀ ਸਮਝ ਆ ਗਈ। ਹੁਣ P ਟਾਈਪ ਚ ਚੱਲਦੇ। P ਟਾਈਪ ਕੌਣ? P ਟਾਈਪ ਦੇ ਵਿੱਚ ਦੇਖੋ ਇਹਦਾ ਜਸਟ ਅਪੋਜ਼ਿਟ ਕਰੀ ਚੱਲੋ, ਠੀਕ ਹੈ। ਇੰਪਿਓਰਿਟੀ ਪਹਿਲਾਂ ਕਿਹੜੀ ਐਡ ਕੀਤੀ ਸੀ? ਪਹਿਲਾਂ ਕਿਹੜੀ ਇੰਪਿਓਰਿਟੀ ਐਡ ਕੀਤੀ ਸੀ? ਪੈਂਟਾਵੈਲੈਂਟ 5 ਇਲੈਕਟ੍ਰੋਨਸ ਵਾਲੀ। ਹੁਣ ਕਿਹੜੀ ਐਡ ਕਰਨੀ ਆ? ਇਹ N ਟਾਈਪ ਵੀ ਤਾਂ ਹੀ ਬਣਿਆ ਕਿਉਂਕਿ ਫਾਲਤੂ ਇਲੈਕਟ੍ਰੋਨ ਆ ਰਹੇ ਨਾ, ਔਰ ਇਲੈਕਟ੍ਰੋਨ ਦਾ ਚਾਰਜ ਕਿਹੜਾ? ਨੈਗੇਟਿਵ ਆ। ਇਹ ਬੇਸਿਕਲੀ ਤਾਂ ਨੈਗੇਟਿਵ ਸੈਮੀਕੰਡਕਟਰ ਆ N ਟਾਈਪ, ਜਿਹ ਚ ਨੈਗੇਟਿਵ ਚਾਰਜ ਕੈਰੀਅਰ ਜ਼ਿਆਦਾ ਹੋਣ। ਤਾਂ ਇਦਾਂ ਵੀ ਯਾਦ ਰੱਖ ਸਕਦੇ ਆ। P ਟਾਈਪ ਦੇ ਵਿੱਚ ਕੀ ਆ? ਇਹ ਕਦੋਂ ਬਣਿਆ? ਬਾਏ ਐਡਿੰਗ ਟ੍ਰਾਈਵੈਲੈਂਟ, by adding trivalent impurity। trivalent impurity ऐड कर दी। trivalent केड़ी है? इंडियम या गैलियम। आ दो बहुत आ। ट्राईवैलेंट कोले 3 इलैक्ट्रॉन होंगे। हुण आ जाओ फिर दोबारा इसी डायग्राम च लो भी, आ विचाले वाले सिलिकॉन नूं इंडियम ने रिप्लेस करता। इंडियम किहने रिप्लेस करता? इंडियम। तो जो इंडियम ने रिप्लेस करता तो 3 इलैक्ट्रॉन, 4 इलैक्ट्रॉन सी इंडियम कोले 3। हुण इंडियम ने जो रिप्लेस करता एक आ वाला 3 तो हो गए। हुण चौथे च आ सिलिकॉन ने तो आपदा इलैक्ट्रॉन कहंदा भी आ चक्को मेरा तो इलैक्ट्रॉन, इंडियम कोले है ही नहीं, खाली। तो इन्हें करया, इन्हें एक
ਬਾਟਾ ਰੱਖਤਾ ਇੱਥੇ ਖਾਲੀ, ਕਹਿੰਦਾ ਵੀ ਆ ਰਿਹਾ ਸਾਡੇ ਕੋਲ ਤਾਂ ਹੋਲ ਹੀ ਆ। ਠੀਕ ਆ, ਇਹਨੇ ਇੱਕ ਹੋਲ ਤਿਆਰ ਕਰਤਾ। ਪਿਛਲੀ ਵਾਰ ਇੱਕ ਐਕਸਟਰਾ ਇਲੈਕਟ੍ਰੋਨ ਤਿਆਰ ਹੋਇਆ ਸੀ, ਅੱਜ ਪਰ ਇੱਕ ਐਕਸਟਰਾ ਹੋਲ ਤਿਆਰ ਹੋਇਆ। ਮੀਨਸ ਪਿਛਲੀ ਵਾਰ ਨੈਗੇਟਿਵ ਚਾਰਜ ਤਿਆਰ ਹੋਇਆ ਸੀ, ਅੱਜ ਪਰ ਕਿਹੜਾ ਹੋਇਆ? ਪੋਜ਼ਿਟਿਵ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਜੇ ਥੋੜੀ ਜਿਹੀ ਇੰਪਿਓਰਿਟੀ ਐਡ ਕਰੇ ਤਾਂ ਮੇਜਰ ਚਾਰਜ ਕੈਰੀਅਰ ਕਿਹੜੇ ਹੋ ਗਏ? ਅੱਜ ਪਰ ਹੋਲ ਚਾਰਜ ਕੈਰੀਅਰ ਹੋਲ ਮੇਜਰ ਹੋ ਗਏ। ਓਕੇ, ਤਾਂ ਅਗਲਾ ਸਟੈਪ ਚ ਕੀ ਲਿਖਾਂਗੇ? ਇੱਥੇ ਐਰੋ ਲਾ ਕੇ ਮੇਜਰ ਚਾਰਜ ਕੈਰੀਅਰਸ, major charge carriers are holes, ਤੇ ਮਾਈਨਰ ਕਿਹੜੇ ਆ ਉਹ ਆਪੇ ਹੀ ਲਿਖ ਲਓ। ਮਾਈਨਰ ਕਿਹੜੇ ਆ? ਮਾਈਨਰ ਚਾਰਜ ਕੈਰੀਅਰਸ ਆਰ ਇਲੈਕਟ੍ਰॉन्स। ਮਾਈਨਰ ਚਾਰਜ ਕੈਰੀਅਰ ਇਲੈਕਟ੍ਰॉन। ਫਰਮੀ ਲੈਵਲ ਕਿੱਥੇ ਲਾਈ ਕਰਦਾ? ਕਿਉਂ ਬਈ ਫਰਮੀ ਲੈਵਲ ਕਿੱਥੇ ਲਾਈ ਕਰਦਾ? ਫਰਮੀ ਲੈਵਲ ਇੱਥੇ ਲਾਈ ਕਰਦਾ। ਹੁਣ ਇੱਥੇ ਹੈ ਹੀ ਨਹੀਂ ਇਲੈਕਟ੍ਰੋਨ, ਵੈਲੈਂਸ ਬੈਂਡ ਵੀ ਵਿਹਲਾ ਹੋਈ ਜਾਂਦਾ, ਕਿਉਂਕਿ ਹਰ ਵਾਰੀ ਇੱਕ ਹੋਲ ਨਵਾਂ ਆ ਜਾਂਦਾ ਇਲੈਕਟ੍ਰੋਨ ਤਾਂ ਆਉਂਦਾ ਨਹੀਂ, ਵੈਲੈਂਸ ਬੈਂਡ ਕਿੱਥੋਂ ਭਰੇ? ਵੈਲੈਂਸ ਬੈਂਡ ਨਹੀਂ ਭਰਿਆ ਤਾਂ ਵੈਲੈਂਸ ਬੈਂਡ ਵਾਲੇ ਇਲੈਕਟ੍ਰੋਨ ਕੋਲ ਇੰਨੀ એનર્ਜੀ ਨਹੀਂ ਰਹਿੰਦੀ, ਥੱਲੇ ਥੱਲੇ ਰਹਿ ਜਾਂਦੇ, ਜਿਹਦੇ ਕਰਕੇ ਫਰਮੀ ਲੈਵਲ ਯਾਨੀ ਕਿ ਜਿਹਨੂੰ ਆਪਾਂ ਬੋਲਦੇ ਹਾਂ ਇੱਕ ਵਾਰ ਐਕਸੈਪਟਰ ਲੈਵਲ। ਇਹ ਕਿਹੜਾ ਲੈਵਲ ਆ ਬੇਟਾ? ਐਕਸੈਪਟਰ ਲੈਵਲ। ਇਹਨੂੰ ਫਰਮੀ ਲੈਵਲ ਐਕਸੈਪਟਰ ਹੁੰਦਾ ਇੱਥੇ, ਐਕਸੈਪਟਰ ਲੈਵਲ। ਐਕਸੈਪਟਰ ਲੈਵਲ ਲਾਈਜ਼ ਜਸਟ ਅਬਵ ਦਾ ਵੈਲੈਂਸ ਬੈਂਡ। ਆ ਫਰਮੀ ਲੈਵਲ ਡੋਨਰ ਲੈਵਲ ਸੀ ਪਿਛਲੀ ਵਾਰ, ਐਦੀ ਵਾਰ ਐਕਸੈਪਟਰ ਲੈਵਲ ਆ, ਲਿਖ ਦਿਓ ਐਕਸੈਪਟਰ ਲੈਵਲ ਲਾਈਜ਼ ਜਸਟ above the valence band। acceptor level lies just above the valence band। valence band ਦੇ ਜਮਾ ਉੱਪਰਲੇ ਪਾਸੇ ਲਾਈ ਕਰਦਾ। ਮੈਨੂੰ ਉਮੀਦ ਹੈ ਤੁਹਾਡੇ ਕਲੀਅਰ ਹੋ ਗਿਆ। ਸਮਝ ਆ ਰਹੀ? ਅੱਛਾ, ਇੱਕ ਗੱਲ ਹੋਰ ਯਾਦ ਰੱਖਿਓ, ਚਾਰਜ ਕੈਰੀਅਰ ਤਾਂ ਭਾਵੇਂ ਹੁੰਦੇ ਆ ਪਰ ਬੇਸਿਕਲੀ ਆ ਵੀ ਨਿਊਟਰਲ ਆ, ਆ ਵੀ ਨਿਊਟਰਲ ਆ, ਤੇ ਪਿਓਰ ਸੈਮੀਕੰਡਕਟਰ ਵੀ ਨਿਊਟਰਲ ਆ। ਐ ਨਹੀਂ ਵੀ ਚਾਰਜ ਚੱਕ ਕੇ ਤੁਰੇ ਫਿਰਦੇ। ਚਾਰਜ ਕੈਰੀ ਜਿੱਦਾਂ ਮੰਨ ਲਓ ਵੀ ਹੁਣ ਮੈਂ ਇੱਕ ਕਾਪਰ ਦੀ ਵਾਇਰ ਲੈ ਆਇਆ ਤਾਂ ਉਹਦੇ ਕੋਲੇ ਬਹੁਤ ਫ੍ਰੀ ਇਲੈਕਟ੍ਰੋਨ, ਪਰ ਕਿਉਂ ਇਲੈਕਟ੍ਰੋਨ ਭੱਜੇ ਫਿਰਦੇ ਹੈਗੇ? ਉਹ ਤਾਂ ਜਦੋਂ ਉਹਨੂੰ ਪੋਟੈਂਸ਼ੀਅਲ ਡਿਫਰੈਂਸ ਨਾਲ ਜੋੜਾਂਗੇ, ਬੈਟਰੀ ਨਾਲ ਜੋੜਾਂਗੇ ਤਾਂ ਕੰਡਕਸ਼ਨ ਕਰਾ ਜਾਣਗੇ। ਉਦਾਂ ਤਾਂ ਨਹੀਂ ਇਲੈਕਟ੍ਰੋਨ ਵੀ ਮੈਂ ਚੈੱਕ ਕਰਕੇ ਦਿਖਾਉਂਦਾ ਦੇਖੋ ਸਰਫੇਸ ਤੇ ਭੱਜੇ ਫਿਰਦੇ, ਇਦਾਂ ਤਾਂ ਨਹੀਂ ਨਾ ਬੋਲ ਸਕਦਾ ਮੈਂ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਠੀਕ ਹੈ ਨਾ, ਇਦਾਂ ਮੈਂ ਨਹੀਂ ਕਹਿ ਸਕਦਾ। ਮੈਨੂੰ ਪੂਰੀ ਉਮੀਦ ਹੈ ਤੁਹਾਡੀ ਕਲੀਅਰ ਹੋ ਰਹੀ ਗੱਲ। ਹਾਂਜੀ, ਤਾਂ ਧਿਆਨ ਨਾਲ ਸੁਣ ਲਿਓ ਗੱਲ ਨੂੰ, ਧਿਆਨ ਨਾਲ ਸੁਣ ਲਿਓ। ਬੇਸਿਕਲੀ ਐਕਸੈਪਟਰ ਲੈਵਲ ਪਤਾ ਲੱਗ ਗਿਆ, ਡੋਨਰ ਲੈਵਲ ਪਤਾ ਲੱਗ ਗਿਆ, ਹਨਾ? ਲਿਖਣਾ ਤਾਂ ਲਿਖ ਵੀ ਲਓ, ਲਿਖ ਦਿਓ ਨਵੀਂ ਲਾਈਨ ਤੋਂ ਐਰੋ ਲਾ ਕੇ ਲਿਖ ਲਿਓ। ਲਿਖਿਓ ਪਿਓਰ ਸੈਮੀਕੰਡਕਟਰ, comma n type semiconductor and p type semiconductor are basically neutral। ਇਹ ਸਾਰੇ ਨਿਊਟਰਲ ਆ, are basically neutral। ਪਿਓਰ ਸੈਮੀਕੰਡਕਟਰ, ਠੀਕ ਹੈ, ਸਾਰੇ ਨਿਊਟਰਲ ਆ। ਆ ਜਾਓ ਅਗਲੀ ਗੱਲ ਤੇ। ਇਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਨੋਟ ਔਰ ਉਹਦਾ ਕੁਐਸਚਨ ਆਉਂਦਾ ਪੇਪਰ ਚ, ਨੂਮੈਰੀਕਲ। ਇਸ ਚੈਪਟਰ ਚ ਕੋਈ ਬਾਹਲੇ ਨੂਮੈਰੀਕਲ ਹੈ ਨਹੀਂ, ਹੋਰ ਉਹ ਇੱਕ ਹੀ ਕੰਸੈਪਟ ਆ ਜਿਹਤੇ ਨੂਮੈਰੀਕਲ ਆਉਂਦਾ। ਇੱਕ ਕੰਡਕਟਿਵਿਟੀ ਦਾ ਫਾਰਮੂਲਾ ਲਿਖਵਾ ਦੂੰਗਾ, ਉਹ ਤੇ ਨੂਮੈਰੀਕਲ ਆਉਂਦਾ। ਇਸ ਤੋਂ ਇਲਾਵਾ ਇੱਥੇ ਕੁਝ ਵੀ ਹੈ ਨਹੀਂ। ਥਿਊਰੀ ਆ ਸਾਰੀ ਦੀ ਸਾਰੀ ਉਹੀ ਥਿਊਰੀ ਜਿਹੜੀ ਕੈਮਿਸਟਰੀ ਚ ਆ, ਠੀਕ ਹੈ ਨਾ, ਕੁਝ ਨਵਾਂ ਹੈ ਨਹੀਂ। ਆਪਾਂ ਫਿਰ ਵੀ ਰਿਵੀਜ਼ਨ ਮਾਰ ਲਿਆ ਸਾਰੇ ਤੇ। ਪਿਓਰ ਸੈਮੀਕੰਡਕਟਰ ਹੋ ਗਿਆ, ਡੋਪਡ ਸੈਮੀਕੰਡਕਟਰ ਹੋ ਗਿਆ, ਸਾਰੀਆਂ ਗੱਲਾਂ ਤੇ ਇੱਕ ਵਾਰ ਬਰੀਫ ਦੇ ਵਿੱਚ ਆਪਾਂ ਰਿਵੀਜ਼ਨ ਕਰਤਾ। ਆ ਜਾਓ ਹੁਣ ਜਿਹੜੀ ਨਵੀਂ ਚੀਜ਼ ਆ ਮੇਰੇ ਕੋਲੇ ਉਹ ਹੈਗੀ ਇੰਪੋਰਟੈਂਟ ਨੋਟ। ਇਹ ਨੋਟ ਚੋਂ ਸਵਾਲ ਆਉਂਦਾ। ਦੇਖੋ ਕੀ ਹੋਇਆ ਵੀ ਇੱਕ ਫਿਕਸ ਟੈਂਪਰੇਚਰ ਤੇ ਐਟ ਅ ਪਾਰਟਿਕੂਲਰ ਟੈਂਪਰੇਚਰ, ਐਟ ਅ ਪਾਰਟਿਕੂਲਰ ਟੈਂਪਰੇਚਰ, ਇੱਕ ਹੀ ਟੈਂਪਰੇਚਰ ਦੀ ਗੱਲ ਆ, ਅਲੱਗ-ਅਲੱਗ ਟੈਂਪਰੇਚਰ ਨਹੀਂ ਲੈਣੇ। ਇੱਕ ਖਾਸ ਟੈਂਪਰੇਚਰ ਅਸੀਂ ਫਿਕਸ ਕਰ ਲਿਆ ਐਟ ਅ ਪਾਰਟਿਕੂਲਰ ਟੈਂਪਰੇਚਰ। ਸਭ ਤੋਂ ਪਹਿਲਾਂ ਤਾਂ ਮੈਂ ਪਿਓਰ ਸੈਮੀਕੰਡਕਟਰ ਚੱਕਿਆ, ਡੋਪਿੰਗ ਨਹੀਂ ਸੀ ਉਹ ਚ। ਫॉर प्योर semiconductor ਜਿਹੜੀ ਨੰਬਰ ਡੈਂਸਿਟੀ ਆਫ ਇਲੈਕਟ੍ਰॉन्स ਹੁੰਦੀ ਆ, ਨੰਬਰ ਡੈਂਸਿਟੀ ਆਫ ਇਲੈਕਟ੍ਰॉन्स, ਇਹ ਨੰਬਰ ਡੈਂਸਿਟੀ ਆਫ ਹੋਲਸ ਦੇ ਇਕੁਅਲ ਹੁੰਦੀ ਹੈ।
ਨੰਬਰ ਡੈਂਸਿਟੀ ਆਫ प्योर ਸੈਮੀਕੰਡਕਟਰਸ ਦੇ ਵਿੱਚ ਜਿੰਨੇ ਇਲੈਕਟ੍ਰੋਨ ਆ, ਨੰਬਰ ਡੈਂਸਿਟੀ ਦਾ ਮਤਲਬ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ, ਨੰਬਰ ਡੈਂਸਿਟੀ ਆਫ ਹੋਲਸ ਦਾ ਮਤਲਬ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ, ਨੰਬਰ ਆਫ ਹੋਲਸ ਪਰ ਯੂਨਿਟ ਵੋਲਿਊਮ, ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ, ਡੈਂਸਿਟੀ ਲਾਇਆ ਵਰਡ। ਇਹਨੂੰ ਸਮਾਲ n ਨਾਲ ਰਿਪਰੈਜ਼ੈਂਟ ਕਰਦੇ, ਕਾਦੇ ਨਾਲ ਰਿਪਰੈਜ਼ੈਂਟ ਕਰਦੇ ਆ? ਸਮਾਲ n। Ne is equal to nh, याद रखियो। और ਅਸੀਂ ਇਹਦਾ ਨਾਮ ਰੱਖ ਲਿਆ Ni, इनिशियल कंसंट्रेशन से। Ni इनिशियल इलेक्ट्रॉन डेंसिटी ते होल डेंसिटी इक्को जी है, तो मैं ਉਹਦਾ ਇੱਕ ਨਾਮ ਰੱਖ ਲਿਆ। ਕੀ ਨਾਮ ਰੱਖ ਲਿਆ ਇਹਦਾ? I। ਆ ਨਾਮ ਹੁਣ ਸਾਡੇ ਕੰਮ ਆਊਗਾ। ਫਿਰ ਮੈਂ ਐਸੇ ਹੀ ਸੈਮੀਕੰਡਕਟਰ ਦੀ ਡੋਪਿੰਗ ਕਰਤੀ। ਨਾਓ this semiconductor is doped. This semiconductor is doped. ਇਹਨੂੰ ਡੋਪ ਕਰਤਾ। ਇਸ ਸੈਮੀਕੰਡਕਟਰ ਦੀ ਜਦੋਂ ਡੋਪਿੰਗ ਕਰਤੀ ਬੇਟੇ, now this semiconductor is doped. ਜਦੋਂ ਇਹ ਸੈਮੀਕੰਡਕਟਰ ਦੀ ਮੈਂ ਡੋਪਿੰਗ ਕੀਤੀ, ਠੀਕ ਹੈ ਨਾ, ਤਾਂ ਜਾਂ ਤਾਂ ਇਲੈਕਟ੍ਰੋਨ ਵੱਧ ਗਏ ਤੇ ਜਾਂ ਹੋਲ ਵੱਧ ਗਏ, ਜਾਂ ਤਾਂ ਇਲੈਕਟ੍ਰੋਨ ਵੱਧ ਗਏ ਤੇ ਜਾਂ ਹੋਲ ਵੱਧ ਗਏ। ਇੱਕ ਚੀਜ਼ ਵੱਧ ਗਈ ਨਾ, ਈਦਰ Ne ਮਚ ਗ੍ਰੇਟਰ ਦੈਨ NH ਔਰ NH ਮਚ ਗ੍ਰੇਟਰ ਦੈਨ Ne, ਜੋ ਮਰਜ਼ੀ ਹੋ ਗਏ। ਧਿਆਨ ਨਾਲ ਸੁਣ ਲਿਓ, ਜਦੋਂ ਡੋਪਿੰਗ ਕਰਤੀ ਤਾਂ ਇਲੈਕਟ੍ਰੋਨ ਜਾਂ ਹੋਲ ਚੋਂ ਇੱਕ ਚੀਜ਼ ਵੱਧ ਗਈ, ਜੋ ਵੀ ਵਧੇ ਸਾਨੂੰ ਕੋਈ ਲੈਣ ਦੇਣ ਨਹੀਂ। ਤਾਂ ਇਸ ਟਾਈਮ ਤੇ ਜਿਹੜਾ Ne ਯਾਨੀ ਕਿ ਨਵੀਂ ਇਲੈਕਟ੍ਰੋਨ ਡੈਂਸਿਟੀ, ਨਿਊ number density of electron, new electron density, short च चलदा मैं, नवी इलेक्ट्रॉन डेंसिटी is equal, नवी इलेक्ट्रॉन डेंसिटी में मान ली Ne ते न्यू होल डेंसिटी ये मान ली मैं NH। टेंपरेचर नहीं बदलना, टेंपरेचर उन्हें दा उन्हें ही रखा। हुण देखो Ne भी बदल गया, NH भी बदल गया, इन्हां नूं भुल जिओ, इन्हां नूं हुण याद नहीं रखना। साडे आ याद कौन? Ni। साडे कौन याद आ? Ni भी इनिशियल कंसंट्रेशन ਇਹਦੀ ਵੀ ਇੰਨੀ ਤੇ ਇਹਦੀ ਵੀ ਇੰਨੀ, ਤੇ ਜਦੋਂ ਡੋਪਿੰਗ ਕਰਤੀ ਤੇ ਨਵੀਂ ਕੰਸੰਟ੍ਰੇਸ਼ਨ ਇਹਦੀ Ne ਹੈ, ਇਹਦੀ NH ਮੈਂ ਜਾਣ ਕੇ ਲਿਖਿਆ। ਜੇ ਕੋਈ ਹੋਰ ਵਰਡ ਲਿਖਣਾ ਕੈਪੀਟਲ N ਲਿਖਦਾ, ਠੀਕ ਹੈ, ਉਹ ਭੁਲੇਖਾ ਪਾਉਂਦਾ ਵੀ ਟੋਟਲ ਨੰਬਰ ਆਫ ਹੋਲ ਲਿਖਿਆ, ਤਾਂ ਕਰਕੇ ਇਦਾਂ ਲਿਖਿਆ। Ne ਨਵੀਂ ਇਲੈਕਟ੍ਰੋਨ ਡੈਂਸਿਟੀ, ਨਵੀਂ ਹੋਲ ਡੈਂਸਿਟੀ, ਇਨੀਸ਼ੀਅਲ ਕੰਸੰਟ੍ਰੇਸ਼ਨ ਆ 19 ਦੀ 19 ਹੈ, ਠੀਕ ਹੈ ਨਾ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਤਾਂ ਇਹਨਾਂ ਦੋਨਾਂ ਦਾ ਪ੍ਰੋਡਕਟ ਇਹਦੇ ਸਕੁਅਰ ਦੇ ਇਕੁਅਲ ਹੁੰਦਾ, ਜਾਂ ਇਹਨਾਂ ਦੋਨਾਂ ਦਾ ਪ੍ਰੋਡਕਟ ਇਹਨਾਂ ਦੋਨਾਂ ਦੇ ਪ੍ਰੋਡਕਟ ਦੇ ਇਕੁਅਲ ਹੁੰਦਾ ਹੋਣਾ ਚਾਹੀਦਾ। ਯਾਨੀ ਕਿ ਕਹਿਣ ਦਾ ਮਤਲਬ ਇਹ ਆ, ਜਾਂ Ne into NH ਜਿਹੜਾ ਆ ਨਏ ਵਾਲਾ, ਨਿਊ ਵਾਲਾ, जी बेटा आवाज आ रही है? जान के लिखा ठीक है, ਇਹਨੂੰ ਮਿਕਸ ਨਾ ਕਰ ਲਓ ਇਹਦੇ ਨਾਲ, ਆਪਣੇ ਬੁక్స్ ਦੇ ਵਿੱਚ ਇੱਕ ਫਾਰਮੂਲੇ ਬਣੇ ਹੋਏ, ਤਾਂ ਤੱਕ ਮੈਂ ਦੱਸਦਾ। ਤਾਂ ਬੇਟਾ ਇਹਨੂੰ ਮੈਂ ਕਿੰਨਾ ਲਿਖਾਂ? ਆਸਕ NH is equal to Ni square। आवाज आ रही बेटा? आवाज आ रही? ओके, आ फार्मूला साडा Ne into NH is equal to Ne square। This is very important, ये बहुत इंपॉर्टेंट। ਤਾਂ ਬੇਸਿਕਲੀ ਹੁਣ ਤੁਸੀਂ ਉੱਪਰਲਾ ਕੁਐਸਚਨ ਨਾ ਪੜਿਓ, ਤੁਸੀਂ ਆ ਫਾਰਮੂਲਾ ਲਿਖ ਲਿਆ। Ne ਹੈਗੀ ਇਲੈਕਟ੍ਰੋਨ ਡੈਂਸਿਟੀ, ਤਾਂ ਹੋਲ ਡੈਂਸਿਟੀ ਆਫਟਰ ਡੋਪਿੰਗ। ਆ ਹੈਗੀ ਇਨੀਸ਼ੀਅਲ ਬਿਫੋਰ ਡੋਪਿੰਗ ਇਲੈਕਟ੍ਰੋਨ ਤੇ ਹੋਲਸ ਦੀ ਡੈਂਸਿਟੀ, ਔਰ ਇਹ ਦੋਨੋਂ ਇਕੁਅਲ ਆ। ਡੋਪਿੰਗ ਤੋਂ ਪਹਿਲਾਂ ਤਾਂ ਬਰਾਬਰ ਹੀ ਸੀ ਨਾ, ਬਾਅਦ ਚ ਹੀ ਵਿਗਾੜ ਪਿਆ, ਡਿਫਰੈਂਸ ਆ ਗਿਆ। ਉਹ ਡਿਫਰੈਂਸ ਇਧਰ ਮਲਟੀਪਲਾਈ ਕਰਨਾ, ਪਹਿਲਾਂ ਵਾਲਾ ਪਰਲੇ ਪਾਸੇ। ਇਹਦੇ ਨਾਲ ਸਾਡੇ ਜਿਹੜੇ
कंसनट्रेशन वाले इलैक्ट्रॉन कंसनट्रेशन होल कंसनट्रेशन वाले थोड़े बहुत निक्के मोटे न्यूमेरिकल वो हो जाते बड़े सौखे ओके कि नहीं ओके करना तो एक न्यूमेरिकल कर लो लिखो प्योर सिलिकॉन एट 300 केल्विन क्वेश्चन लिखो एक प्योर सिलिकॉन एट 300 केल्विन प्योर सिलिकॉन एट 300 केल्विन has electron concentration 1.5 into 10 to the power 16 electron concentration 1.5 into 10 to the power 16 per meter cube लिख दो आफ्टर डोपिंग of indium after doping of indium the new hole concentration becomes after doping of indium the new hole concentration becomes 3 into 10 to the power 22 new hole concentration becomes 3 into 10 to the power 22 per meter cube ਕਹਿੰਦਾ ਇੰਡੀਅਮ ਹੁਣ ਇੰਡੀਅਮ ਟ੍ਰਾਈਵੈਲੈਂਟ ਹੈ ਯਾਦ ਹੋਣਾ ਚਾਹੀਦਾ ਸਾਡੇ ਇਹਦਾ ਮਤਲਬ ਹੋਲ ਵਧੇ ਉਹਨੇ ਦੱਸਿਆ ਵੀ ਹੋਲ ਵੱਧ ਗਏ ਇੰਨੇ ਵੱਧ ਗਏ ਇਲੈਕਟ੍ਰੋਨ ਦੀ ਗੱਲ ਨਹੀਂ ਹੋਈ ਠੀਕ ਹੈ ਨਾ ਕਹਿੰਦਾ ਫਾਈਂਡ ਆਊਟ new electron concentration of doped silicon find out new electron concentration for doped silicon doping ਕੀਤੇ ਹੋਏ silicon ਦੀ electron concentration ਕਿੰਨੀ ਆ ਦੱਸੋ doped silicon ਜੋ silicon ਨੂੰ doping ਕਰਤੀ ਕਹਿੰਦਾ electron concentration ਦੱਸੋ ਹੁਣ ਦੇਖੋ ਪਹਿਲੀ ਗੱਲ ਤਾਂ ਇਹ doping ਤੋਂ ਪਹਿਲਾਂ ਤੁਹਾਨੂੰ ਕੀ ਦਿੱਤਾ ਭਾਵੇਂ ਉਹਨੇ Ne ਦਿੱਤਾ ਇਲੈਕਟ੍ਰੋਨ ਕੰਸੈਂਟ੍ਰੇਸ਼ਨ ਦਿੱਤੀ ਪਰ ਹੈ ਤਾਂ ਉਹ Ni ਕਿਉਂਕਿ ਆਪਾਂ Ne ਤੇ NH ਬਰਾਬਰ ਮੰਨ ਰਹੇ ਹਾਂ ਨਾ ਹੀ ਤੁਹਾਨੂੰ ਇੱਥੇ ਇਨੀਸ਼ੀਅਲ ਕੰਸੈਂਟ੍ਰੇਸ਼ਨ ਹੈ ਭਾਵੇਂ ਇਲੈਕਟ੍ਰੋਨ ਦੀ ਦਿੱਤੀ ਭਾਵੇਂ ਹੋਲ ਦੀ ਦਿੱਤੀ ਇੱਕੋ ਗੱਲ ਹੀ ਆ ਤਾਂ ਇਹ ਕਿੰਨੀ ਆ ਇਹ ਹੈਗੀ 1.5 into 10 to the power 16 per meter cube मीटर ਦੀ ਪਾਵਰ -10 ਹੋ ਗਿਆ 1.5 ਹੀ ਸੀ ਅੱਛਾ ਉਸ ਤੋਂ ਬਾਅਦ ਆਫਟਰ ਡੋਪਿੰਗ ਸਵਾਲ ਨੂੰ ਸਮਝ ਲਵੇ ਨਾ ਸਵਾਲ ਮਿੰਟ ਚ ਹੋ ਜਾਂਦਾ ਆਫਟਰ ਡੋਪਿੰਗ ਹੋਲ ਕੰਸੈਂਟ੍ਰੇਸ਼ਨ ਕਿੰਨੀ ਦੇਤੀ ਇਹ ਸਾਨੂੰ ਦਿੱਤੀ ਵੈਲਿਊ 3 into 10 to the power 22 per meter cube ਤੇ ਪੁੱਛਿਆ ਕੀ ਆ ਕਹਿੰਦਾ ਨਵੀਂ ਇਲੈਕਟ੍ਰੋਨ ਕੰਸੈਂਟ੍ਰੇਸ਼ਨ ਆਫਟਰ ਡੋਪਿੰਗ ਪਤਾ ਕਰੋ ਫਾਰਮੂਲਾ ਲਾਓ ਆਨਸਰ ਦਿਓ ਨਾ ਇੰਨੇ ਹੀ ਆ ਔਰ ਇਹਦੀ ਸਟੇਟਮੈਂਟ ਦੇਖ ਕੇ ਤੁਸੀਂ ਡਰ ਜਾਓਗੇ ਬੱਚਾ ਕੁਐਸਚਨ ਦੀ ਸਟੇਟਮੈਂਟ ਦੇਖ ਕੇ ਡਰ ਪੈ ਜਾਂਦਾ ਬੱਚੇ ਵੀ ਇਦਾਂ ਦਾ ਗੰਦਾ ਸਵਾਲ ਆ ਤੇ ਜਦੋਂ ਕਰਦਾ ਉਹ ਕਹਿੰਦਾ ਬਸ ਇਹੀ ਸਵਾਲ ਤਾਂ ਮੈਂ ਬੋਲਦਾ ਵੀ ਸੈਮੀਕੰਡਕਟਰ ਆਸਾਨ ਆ ਤਾਂ ਕੁਐਸਚਨ ਦੇ ਵਿੱਚ ਜਸਟ ਯੂ ਹੈਵ ਟੂ ਮਲਟੀਪਲਾਈ ਐਂਡ ਡਿਵਾਈਡ Ne ਪੁੱਛਿਆ Ni ਦਾ ਸਕੁਅਰ ਡਿਵਾਈਡ ਬਾਈ NH ਆ ਹੋਲ ਕੰਸੈਂਟ੍ਰੇਸ਼ਨ ਆ ਵਾਲੀ ਪੁੱਟ ਕਰਨੀ ਆ ਇਲੈਕਟ੍ਰੋਨ ਆ ਜੋ ਵੀ ਆ ਇਹ Ni ਲਿਖਣੀ ਆ ਡੋਪਿੰਗ ਤੋਂ ਪਹਿਲਾਂ ਜੋ ਵੀ ਕੰਸੈਂਟ੍ਰੇਸ਼ਨ ਦਿੱਤੀ ਉਹ Ni ਔਰ ਉਹ ਸੇਮ ਹੋਊਗੀ ਇੱਕ ਦਿੱਤੀ ਹੋਊਗੀ ਤੁਹਾਨੂੰ ਦੋਨੇ ਨਹੀਂ ਦਿੱਤੀਆਂ ਹੋਣਗੀਆਂ ਠੀਕ ਆ ਕਿਤੇ ਲੱਭਦੇ ਫਿਰ ਉਹ ਵੀ ਇਲੈਕਟ੍ਰੋਨ ਕੰਸੈਂਟ੍ਰੇਸ਼ਨ ਹੈ ਹੀ ਨਹੀਂ ਸਾਡੇ ਕੋਲ ਜਾਂ ਹੋਲ ਕੰਸੈਂਟ੍ਰੇਸ਼ਨ ਹੈ ਨਹੀਂ ਠੀਕ ਹੈ ਨਾ Ni ਸਕੁਅਰ ਡਿਵਾਈਡ ਬਾਈ NH ਵੈਲਿਊ ਪੁੱਟ ਕਰੋ 1.5 into 10 to the power 16 into 1.5 into 10 to the power 16 divide by 3 into 10 to the power 22 solution करो ਤੇ ਆਨਸਰ ਦਿਓ ਕਿੰਨਾ ਆਨਸਰ ਆਇਆ ਚੈੱਕ ਕਰੋ ਦੇਖੋ ਜੇ ਡੈਸੀਮਲ 1 ਐਡਜਸਟ ਕਰਾਂ ਤਾਂ ਮੈਂ 10 ਲਗਾਉਣਾ ਥੱਲੇ ਤੇ 3 5 ਹੋ ਗਿਆ ਇੱਕ 0 ਹੋਰ ਲਾਵਾਂ ਤਾਂ 15 ਇੱਕ ਹੀ 0 ਰਹਿਣ ਦਾ ਡੈਸੀਮਲ ਐਡਜਸਟ ਕਰਾਂਗੇ 75 7.5 into 10 to the power ਕਿੰਨੀ ਬਣ ਗਈ 16 ਤੇ 16 32 ਤੇ 22 ਤੇ 23 -23 ਕਿੰਨੇ ਆ ਗਏ 7.5 into 10 to the power 9 per meter cube ਆਨਸਰ ਹੈ ਤੁਹਾਡਾ
मेरी मर्जी का सवाल है। पता भी लग रहा है कि नहीं लग रहा है? आसान ही है, मुश्किल तो नहीं। ਤਾਂ ਬੇਟਾ ਇਹ ਸਾਡੇ ਕੋਲ ਕੀ ਸੀਗਾ, ਇਹ ਜਸਟ ਪਹਿਲਾ ਚੈਪਟਰ ਦਾ ਬੇਸਿਕ ਜਿਹਾ ਕੰਮ ਸੀਗਾ। ਕੱਲ ਆਪਾਂ ਇਸ ਤੋਂ ਅੱਗੇ ਚੱਲਾਂਗੇ ਤੇ ਕੱਲ ਡਾਇਓਡ ਆ ਜਾਊਗਾ। ਕੱਲ ਵਾਲੇ ਟੌਪਿਕ ਦੇ ਵਿੱਚ ਡਾਇਓਡ ਦੀ ਐਂਟਰੀ ਹੋ ਜੂਗੀ। ਠੀਕ ਆ, ਡਾਇਓਡ ਨੂੰ ਆਪਾਂ ਜ਼ਿਆਦਾ ਟਾਈਮ ਨਹੀਂ ਲਾਉਣਾ, ਜਲਦੀ ਕਰ ਲਾਂਗੇ।